ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਨਾਲ ਹਰਬੰਸਨ ਜੀ। ਪ੍ਰੋਗਰਾਮ ਹੈ ਜੱਜ ਦਾ ਵਿਚਾਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਹਾਜ਼ਰ ਹਾਂ ਜੀ। ਕੀ ਹਾਲ ਨੇ? ਬਹੁਤ ਵਧੀਆ ਟਾਣਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਲੀ ਹਾਲੀ ਖੇੜੇ ਆਏ ਹੋ? ਨਹੀਂ ਟਾਣਾ ਸਾਹਿਬ, ਬਿਲਕੁਲ ਵੀ ਨਹੀਂ। ਕਿਉਂ? ਵੈਸੇ ਜ਼ਿੰਦਗੀ ਚੋਂ ਰੰਗ ਉੱਡੇ ਪਏ ਆ? ਬਿਲਕੁਲ ਉੱਡੇ ਪਏ ਨੇ। ਆਲੇ ਦੁਆਲੇ ਕਿਤੇ ਵੀ ਕੋਈ ਰੰਗੀਨੀ ਨਜ਼ਰ ਨਹੀਂ ਆ ਰਹੀ, ਰੰਗ ਨਹੀਂ ਨਜ਼ਰ ਆ ਰਹੇ, ਕੋਈ ਵੀ ਵੱਖਰਤਾ ਨਹੀਂ ਆ ਰਹੀ ਜ਼ਿੰਦਗੀ ਦੇ ਵਿੱਚ। ਮਹਿੰਗਾਈ ਦੇ ਝੰਬੇ ਪਏ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪਰੇਸ਼ਾਨ ਕਰ ਰਹੀਆਂ ਨੇ। ਇਸੇ ਲਈ ਕੋਈ ਰੰਗਾ ਨਾ ਨਹੀਂ ਖੇਡੇ। ਵਿਨੇ ਪਾਲ ਬੁੱਟਰ ਦਾ ਗਾਣਾ ਸੁਣ ਲੈਣਾ ਸੀਗਾ। ਕਿਹੜਾ ਜੀ? ਮੇਰੇ ਦਿਲ ਦੇ ਚਿੱਟੇ ਕੁੜਤੇ ਤੇ ਕਿਉਂ ਦੁੱਖਾਂ ਦੇ ਰੰਗਾਂ ਦੀ ਬਾਲਟੀ ਡੋਲੀ ਆ। ਮੈਂ ਕਿਹਾ ਕਾਹਤੋਂ ਰੰਗ ਵਟਾ ਗਈ? ਕਹਿੰਦੀ ਹੋਲੀ ਆ। ਟਾਣਾ ਸਾਹਿਬ ਕੀ ਹੋ ਗਿਆ? ਕਿਉਂ? ਕੋਈ ਨਹੀਂ ਰੰਗ ਵਟਾ ਕੇ ਆਇਆ, ਵੈਸੇ ਹੀ ਨਹੀਂ ਹੋਲੀ ਮਨਾਈ, ਤਾਂ ਹੀ ਤਾਂ ਮੈਂ ਕਾਲਾ ਝੱਗਾ ਪਾਇਆ। ਪਰ ਚੁੰਨੀ ਤਾਂ ਤੁਹਾਡੀ ਕਹਿੰਦੀ ਵੀ ਰੰਗਾਂ ਦੀ ਗਾਗਰ ਲੈ ਕੇ ਆਇਓ ਨਾਲ। ਦੇਖੋ ਭੁਲੇਖਾ ਵੀ ਕੋਈ ਚੀਜ਼ ਹੁੰਦੀ ਹੈ, ਉਹੀ ਪਾ ਰਹੇ। ਬਸ ਭੁਲੇਖੇ ਹੀ ਕੱਢਣੇ ਆਪਾਂ। ਬਿਲਕੁਲ ਸਹੀ ਗੱਲ ਹੈ। ਤੇ ਬਾਕੀ ਚਲੋ, ਜਿਹੜੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਨੇ, ਪਿਆਰ ਦੇ ਨਾਲ ਮਨਾਉਂਦੇ ਨੇ, ਜਿਹੜੇ ਆਪਣੀ ਧਾਰਮਿਕ ਆਸਥਾ ਵੀ ਰੱਖਦੇ ਨੇ, ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ। ਬਿਲਕੁਲ ਜੀ। ਤੇ ਜ਼ਿੰਦਗੀ ਦੇ ਵਿੱਚ ਜਿਹੜੇ ਰੰਗ ਆ ਇਹ ਉੱਡਣ ਨਾ ਸਾਡੀਆਂ ਸਰਕਾਰਾਂ ਨੇ ਉਡਾਏ ਪਏ ਆ। ਹਰ ਬੰਦਾ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਿਹਾ। ਜਦੋਂ 100 ਰੁਪਈਆ ਲੀਟਰ ਪੈਟਰੋਲ ਹੋ ਜੇ ਤੇ ਸਿਲੰਡਰ ਆ ਜਿਹੜਾ 850 ਨੂੰ ਹੋ ਜੇ, ਤੇ ਜਦੋਂ ਜ਼ਿੰਦਗੀ ਦੇ ਵਿੱਚ ਨਾ ਇੱਕ ਇਹੋ ਜੀ ਉਲਝਣ ਜੀ ਚੱਲਦੀ ਹੋਵੇ, ਬੰਦਾ ਅੰਦਰੋਂ ਤਪਿਆ ਜਾ ਪਿਆ ਹੋਵੇ, ਉਦੋਂ ਫਿਰ ਨਾ ਉਹੋ ਜਿਹਾ ਉਤਸ਼ਾਹ, ਉਹੋ ਜੀ ਉਤਸੁਕਤਾ, ਉਹੋ ਜੇ ਚਾਹ, ਉਹੋ ਜੇ ਮਲਾਰ ਰਹਿੰਦੇ ਨਹੀਂ। ਸਾਰਾ ਕੁਝ ਪਹਿਲਾਂ ਵਾਂਗੂ ਹੋ ਜੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜਾ ਪੈਸਾ ਬੰਦਾ ਸੋਚਦਾ ਨਾ ਵੀ 50-60 ਰੁਪਏ ਨਾ ਰੰਗਾਂ ਦੇ ਉੱਪਰ ਬਰਬਾਦ ਕਰਨੇ ਨੇ, ਉਹਨਾਂ ਪੈਸਿਆਂ ਦਾ ਹੋਰ ਬਹੁਤ ਕੁਝ ਆ ਜਾਣਾ ਹੈ ਨਾ। ਸੋ ਇਸ ਲਈ ਰੰਗ ਜੇ ਉੱਡੇ ਪਏ ਨੇ। ਪਰ ਚਲੋ, ਅਸੀਂ ਚਾਹੁੰਦੇ ਆ ਕਿ ਇਹ ਕਾਮਨਾ ਕਰਦੇ ਆ ਇਹ ਰੰਗ ਦੁਬਾਰਾ ਤੋਂ ਜ਼ਿੰਦਗੀ ਦੇ ਵਿੱਚ ਭਰਨ, ਹਨਾ। ਤੇ ਬਾਕੀ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰੀਏ। ਚੱਜ ਦਾ ਵਿਚਾਰ ਮੇਰਾ ਇਹ ਆ ਵੀ ਪੈਸਾ ਵੀ ਇੱਕ ਅਜੀਬ ਚੀਜ਼ ਆ। ਵਾਹ। ਪੈਸਾ ਇੱਕ ਅਜੀਬ ਚੀਜ਼ ਆ। ਜਿਹਦੇ ਕੋਲੇ ਹੁੰਦਾ ਨਹੀਂ ਉਹਦੀ ਕੋਈ ਵੀ ਇੱਜ਼ਤ ਨਹੀਂ ਕਰਦਾ, ਤੇ ਜਿਹਦੇ ਕੋਲੇ ਹੁੰਦਾ ਉਹ ਕਿਸੇ ਦੀ ਇੱਜ਼ਤ ਨਹੀਂ ਕਰਦਾ। ਇਸ ਕਰਕੇ ਬਸ ਪੈਸੇ ਦੇ ਰੰਗ ਹੀ ਆ, ਰੰਗ ਤਮਾਸ਼ਾ। ਪੈਸਾ ਕਾਂ ਬਨੇਰੇ ਦਾ, ਕਦੇ ਐਸ ਬਨੇਰੇ ਤੇ ਕਦੇ ਔਸ ਬਨੇਰੇ ਤੇ ਜੀ। ਇਹ ਕਦੀ ਆਪਣੇ ਬਨੇਰੇ ਤੇ ਨਹੀਂ ਆ ਰਿਹਾ। ਇਹ ਦੁਨੀਆ ਪੁੱਤਰ ਪੈਸੇ ਦੀ ਜੀ, ਹਰ ਚੀਜ਼ ਵਿਕੇਂਦੀ ਪਾਸ ਜਣਾ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣੇ ਦੀ ਆਦਤ ਪਾਸ ਜਣਾ। ਵਾਹ, ਕੀ ਬਾਤ ਹੈ। ਅੱਛਾ ਵਿਕਦੇ ਨਹੀਂ, ਹੱਥ ਮਿਲਦੇ। ਅੱਛਾ, ਗਲਤੀ ਹੋ ਗਈ ਸੀ। ਚਲੋ ਕੋਈ ਗੱਲ ਨਹੀਂ। ਪਰ ਗੱਲ ਇਹ ਟਾਣਾ ਸਾਹਿਬ, ਐਵੇਂ ਨਹੀਂ ਸਿਆਣੇ ਕਹਿੰਦੇ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅਸੀਂ ਪੈਸੇ ਦੇ ਨਾਲ ਬੰਦੇ ਦੀ ਸਿਆਣਪ ਨੂੰ ਤੋਲਦੇ ਆ, ਹਨਾ। ਤੇ ਗੱਲ ਤੁਹਾਡੀ ਸੱਚੀ ਹੈ ਵੀ ਜਿਹਦੇ ਕੋਲ ਹੈ ਤੰਗ ਉਹ ਵੀ, ਜਿਹਦੇ ਕੋਲ ਨਹੀਂ ਹੈ ਤੰਗ ਉਹ ਵੀ। ਪਰ ਇਸ ਪੈਸੇ ਦਾ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਤੁਹਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਪੂਰੀਆਂ ਹੋ ਜਾਣ, ਉਨਾ ਕੁ ਜ਼ਰੂਰ ਹੋਣਾ ਚਾਹੀਦਾ ਹੈ। ਪਰ ਵਾਧੂ ਵੀ ਤੁਹਾਨੂੰ ਚਿੰਤਾ ਹੀ ਦਿੰਦਾ ਜੀ। ਤੇ ਮੇਰੇ ਵਾਲਾ ਚਾਹੀਦਾ ਵਿਚਾਰ, ਕਹਿੰਦੇ ਮਾੜਾ ਸਮਾਂ ਔਖਾ ਸਮਾਂ, ਹਾਂ ਬੁਰਾ ਵਕਤ ਜੀ, ਇੱਕ ਬਹੁਤ ਵੱਡਾ ਜਾਦੂਗਰ ਹੁੰਦਾ। ਬੇਹੱਦ ਵੱਡਾ ਜਾਦੂਗਰ ਆ, ਸਮਰਾਟ ਸ਼ੰਕਰ ਆ ਪੂਰਾ ਇਹ। ਨਹੀਂ, ਐਡੀ ਵੀ ਨਹੀਂ ਗੱਲ ਕੋਈ, ਇਹ ਉਸ ਤੋਂ ਵੀ ਵੱਡਾ ਜਾਦੂਗਰ ਹੈ। ਕਿਉਂਕਿ ਜਦੋਂ ਇਹ ਤੁਹਾਡੇ ਤੇ ਆਉਂਦਾ ਹੈ ਨਾ, ਤੇ ਮਿੰਟਾਂ ਸਕਿੰਟਾਂ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੋਂ ਪਰਦਾ ਹਟਾ ਦਿੰਦਾ। ਹਾਂ, ਇਹ ਗੱਲ ਸੱਚੀ ਆ ਜੀ। ਔਖੇ ਵੇਲੇ ਦੇ ਵਿੱਚ ਖੜਦਾ ਕੋਈ ਨਹੀਂ, ਤੇ ਚੰਗੇ ਵੇਲੇ ਦੇ ਵਿੱਚ ਦੂਰ ਕੋਈ ਨਹੀਂ ਰਹਿੰਦਾ, ਸਾਰੇ ਨੇੜੇ ਆਉਂਦੇ ਆ। ਪਰ ਗੱਲ ਇਹ ਵੀ ਅੱਜ ਕੱਲ ਤਾਂ ਧਾਰਨਾ ਹੀ ਬਣ ਗਈ, ਉਹਦੇ ਚ ਸ਼ਾਇਦ ਆਪਾਂ ਵੀ ਸ਼ਾਮਲ ਹੋਈਏ। ਤੁਸੀਂ ਇੱਕ ਗੱਲ ਨੂੰ ਦਰਜ ਕਰਿਓ, ਵੈਸੇ ਨੋਟ ਹੁੰਦਾ, ਪਰ ਗੱਲ ਇਹ ਵੀ ਜੇਕਰ ਤੁਸੀਂ ਸਵੇਰ ਤੋਂ ਨਾ ਫੋਨਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿਓ, ਆਥਣ ਤੱਕ, ਜਦੋਂ ਤੱਕ ਤੁਸੀਂ ਸੌਣਾ ਰਾਤ ਤੱਕ, ਜਿੰਨੇ ਤੁਹਾਨੂੰ 10 15 20 5 ਫੋਨ ਆਏ ਹੋਣਗੇ, ਕਦੇ ਸੋਚ ਕੇ ਦੇਖਿਓ ਵੀ ਜਿਹਨੇ ਵੀ ਕੀਤਾ ਉਹਨੇ ਇਹ ਗੱਲ ਕਹੀ ਹੈ ਤੁਹਾਨੂੰ ਕਿ ਮੈਨੂੰ ਕੋਈ ਕੰਮ ਨਹੀਂ ਸੀ, ਮੈਂ ਤੇਰੇ ਤੋਂ ਕੋਈ ਜਾਣਕਾਰੀ ਨਹੀਂ ਸੀ ਲੈਣੀ, ਬਸ ਵੈਸੇ ਹੀ ਫੋਨ ਕੀਤਾ ਵੀ ਤੰਦਰੁਸਤ ਤੋਂ ਸਾਡੇ ਲਾਇਕ ਕੋਈ ਸੇਵਾ ਕਿਸੇ ਨੇ ਆਪਾਂ ਵੀ ਨਹੀਂ ਕਰਦੇ। ਇਦਾਂ ਦੀ ਆ। ਬਿਲਕੁਲ ਸਹੀ ਗੱਲ ਹੈ। ਪਰ ਗੱਲ ਇਹ ਹੈ ਨਾ ਟਾਣਾ ਸਾਹਿਬ, ਜੇਕਰ ਆਪਾਂ ਨੂੰ ਕੋਈ ਫੋਨ ਕਰੇ, ਆਪਾਂ ਕਿਸੇ ਨੂੰ ਫੋਨ ਕਰਕੇ ਕਹੀਏ ਵੀ ਨਾ ਵੀ ਤੇਰੀ ਸਿਰਫ ਤੰਦਰੁਸਤੀ ਬਾਰੇ ਹੀ ਜਾਣਨਾ, ਹੋਰ ਕੋਈ ਕੰਮ ਨਹੀਂ, ਤਾਂ ਬੰਦਾ ਵੀ ਅੱਗੇ ਇਹ ਕਹਿ ਦਿੰਦਾ ਮੇਰੇ ਕੋਲ ਇੰਨਾ ਵਕਤ ਨਹੀਂ, ਕੋਈ ਕੰਮ ਨਾ। ਜਿਹੜੇ ਫੋਨ ਆ ਨਾ ਉਹ ਸਿਰਫ ਪ੍ਰੇਮੀ ਜੋੜੇ ਜੇ ਕਰਦੇ ਹੁੰਦੇ ਆ, ਉਹ ਵੀ ਪਤਾ ਨਹੀਂ ਕਿਵੇਂ ਗੱਲਾਂ ਕਰਦੇ, ਹੌਲੀ ਹੌਲੀ। ਮੰਮੀ ਕੀ ਕਹਿੰਦੀ ਸੀ? ਨਹੀਂ, ਧਾਰਾਂ ਚੋਲੀਆਂ ਸੀ। ਤੁਹਾਡੀ ਮੱਝ ਦੁੱਧ ਕਿੰਨਾ ਦਿੰਦੀ? ਲੱਸੀ ਹੈ ਨਹੀਂ? ਨਾ ਨਾ ਜਾਨ, ਲੱਸੀ ਪਿਆਉਂਗਾ। ਐਵੇਂ ਆਖੋ ਗੱਲਾਂ। ਜੱਜ ਦਾ ਵਿਚਾਰ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹਾਂ। ਕਰੋ ਜੀ, ਜਾਣਕਾਰੀ ਹਾਸਲ ਕਰੋ, ਬਾਕੀ ਚੀਜ਼ਾਂ ਖਸਮਾਂ ਨੂੰ ਖਾਣ। ਟਾਣਾ ਸਾਹਿਬ, ਤੁਸੀਂ ਜਾਣਕਾਰੀਆਂ ਦਾ ਭੰਡਾਰ ਹੋ। ਅੱਛਾ, ਮੈਨੂੰ ਇੰਨਾ ਪੰਪ ਨਾ ਦਿਓ, ਗਰੀਬ ਬੰਦਾ ਮੈਂ।
ਕਈ ਵਾਰੀ ਤੁਸੀਂ ਇੰਨਾ ਹਮਲਾਵਰ ਰੁਖ ਅਪਣਾ ਲੈਂਦੇ ਆ, ਉਹ ਮੈਂ ਸੱਚ- ਸਿਫਤਾਂ ਕਰ ਕਰਕੇ ਬੰਦਾ ਪੱਟ ਨਾਲਾ ਕਰ ਦਿੰਦੇ ਆ। ਤੁਸੀਂ ਮੈਨੂੰ ਇਹ ਦੱਸੋ, ਮੈਂ ਝੂਠ ਕਹਿ ਰਹੀ ਹਾਂ? ਜਾਣਕਾਰੀ ਦਾ ਭੰਡਾਰ ਹੁੰਦਾ ਹੈ ਕਈ ਵਾਰ ਇਨਸਾਨ, ਪਰ ਹਰ ਗੱਲ ਦੇ ਵਿੱਚ ਮੁਕੰਮਲ ਵੀ ਨਹੀਂ ਹੁੰਦਾ। ਨਹੀਂ, ਪਰ ਜਾਣਕਾਰੀਆਂ ਤੁਹਾਨੂੰ ਹੈਗੀਆਂ ਉਹ ਨੇ। ਤੁਸੀਂ ਆਉਣ ਦਿਓ। ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਸੀਂ ਜਾਣਕਾਰੀ ਨਾਲ ਭਰਪੂਰੋਂ ਭਰੇ ਹੋਏ ਹੋ। ਉਹ ਅਗਲੀ ਗੱਲ ਵੀ ਕਰ ਭਰਾਵਾ। ਮੈਂ ਤੁਹਾਨੂੰ ਇਹ ਪੁੱਛਣਾ ਸੀ, ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਕੁਝ ਇੱਕ ਲੋਕ ਮਾਰ ਕੁਟਾਈ ਕਰ ਰਹੇ ਨੇ ਕੁਝ ਇੱਕ ਲੋਕਾਂ ਦੇ ਨਾਲ, ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਵੀਡੀਓ ਹੈ ਇਹ ਅਜੇ ਦੇਵਗਨ ਦੀ ਹੈ, ਤੇ ਕਹਿੰਦੇ ਕਾਫੀ ਕੁੱਟ ਕਟਾਪਾ ਹੋਇਆ। ਬਈ ਮੈਂ ਸਵੇਰ ਦਾ ਹੋਰ ਪੜ੍ਹੀ ਜਾਣਾ, ਕਹਿੰਦੇ ਵੀ ਜਿਹੜੇ ਨਿਹੰਗ ਸਿੰਘ ਨੇ ਗੱਡੀ ਰੋਕੀ ਸੀ ਉਹਨੇ ਚੋਪੜਤਾ ਫੇਰ। ਹਾਂਜੀ। ਪਰ ਇਦਾਂ ਦੀ ਗੱਲ ਹੈ ਨਹੀਂ। ਉਹਦੇ ਵਿੱਚ ਨਾ ਜਿਹੜੀ ਵੀਡੀਓ ਆਈ ਹੈ, ਮੈਂ ਵੀ ਦੇਖੀ ਆ, ਜੀ। ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜੇ ਚਿੱਟੇ ਲੀੜੇ ਪਾਏ ਆ, ਉਹਦੇ ਮੁੱਕੇ ਮੱਕੇ ਪੈਂਦੇ, ਉਹਦੇ ਹੂਰੇ ਪੈ ਰਹੇ ਆ। ਉਹਨੂੰ ਫਿਰ ਕੁਛ ਕੁ ਜਾਣੇ ਗੱਡੀ ਦੇ ਵਿੱਚ ਲੈ ਕੇ ਜਾਂਦੇ ਆ, ਉਹ ਗੱਡੀ ਦੇ ਵਿੱਚ ਜਾ ਕੇ ਵੀ ਫਿਰ ਹੂਰੇ ਹਾਰੇ ਮਾਰਦਾ। ਲੋ ਜੀ, ਖਬਰ ਉੱਡ ਗਈ ਜੰਗਲ ਦੀ ਅੱਗ ਵਾਂਗੂ। ਕਹਿੰਦੇ ਵੀ ਅਜੇ ਦੇਵਗਨ ਚੋਪੜਤਾ, ਸਿੰਘਮ ਠੋਕਤਾ, ਇਦਾਂ ਦੀਆਂ ਗੱਲਾਂ ਚੱਲ ਪਈਆਂ। ਪਰ ਹੁਣ ਅਜੇ ਦੇਵਗਨ ਨੇ ਬਿਆਨ ਦਿੱਤਾ, ਉਹ ਕਹਿੰਦਾ ਯਾਰ ਮੈਨੂੰ ਐਵੇਂ ਚੋਪੜੀ ਜਾਂਦੇ, ਮੈਂ ਬੰਬੇ ਬੈਠਾ। ਇਹ ਦਿੱਲੀ ਦੀ ਖਬਰ ਆ। ਉਹ ਨਾ ਮੈਂ 15-16 ਮਹੀਨੇ ਤੋਂ ਦਿੱਲੀ ਦੇ ਵਿੱਚ ਆਇਆ ਹੀ ਨਹੀਂਗਾ। ਮੇਰੇ ਕੋਲ ਛੁਟਕਾ ਛਾਟਕਾ ਬਹੁਤ ਚੱਲਦੀਆਂ। ਕਹਿੰਦਾ ਜਦੋਂ ਮੈਂ ਆਇਆ ਨਹੀਂ ਤਾਂ ਫਿਰ ਮੇਰੀ ਫੈਂਟੀ ਕੌਣ ਲਾ ਗਿਆ? ਕਿਸੇ ਨੇ ਨਹੀਂ ਲਾਈਗੀ। ਐਵੇਂ ਨਾ ਗੱਲਾਂ ਬਣਾ ਲਿਆ ਕਰੋ। ਅੱਛਾ, ਪਰ ਹੁਣ ਪਤਾ ਨਹੀਂ ਟਾਣਾ ਸਾਹਿਬ, ਲੋਕ ਤਾਂ ਇਹੀ ਦਾਵਾ ਕਰਕੇ ਸੋਸ਼ਲ ਮੀਡੀਆ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਵਧਾ ਰਹੇ ਨੇ ਵੀ ਆਹ ਵੇਖੋ ਜੀ ਅਜੇ ਦੇਵਗਨ ਦੇ ਚਪੇੜਾਂ ਪੈਂਦੀਆਂ, ਆਹ ਵੇਖੋ ਜੀ ਫੇਰ ਤੋਂ ਮਾਂ ਤਾਂ, ਆਹ ਵੇਖੋ ਜੀ ਐ ਹੋ ਗਿਆ ਉਹ ਹੋ ਗਿਆ। ਨਹੀਂ, ਇਹ ਝੂਠ ਆ। ਜਦੋਂ ਬੰਦਾ ਕਹਿੰਦਾ ਮੇਰੇ ਨਹੀਂ ਪਈਆਂ ਤੇ ਆਪਾਂ ਉਹਦੀ ਮੰਨਾਂਗੇ ਨਾ। ਪਰ ਕਈ ਵਾਰ ਤਾਂ ਬੰਦਾ ਵੀ ਝੂਠ ਕਹਿ ਓਏ ਉਹ ਸਕਦਾ। ਕਹਿੰਦਾ ਮੈਂ ਆਇਆ ਨਹੀਂਗਾ, ਆਪਾਂ ਉਹਨੂੰ ਕਟਾਉਣ ਚ ਕਿਉਂ ਆ? ਨਹੀਂ, ਮੈਂ ਤਾਂ ਵੈਸੇ ਗੱਲ ਕਰ ਰਹੀ ਹਾਂ। ਤੁਹਾਨੂੰ ਕੋਈ ਫਾਇਦਾ ਉਹਦੇ ਪੈ ਜਾਣ? ਉਹ ਨਹੀਂ, ਮੈਂ ਤਾਂ ਵੈਸੇ ਗੱਲ ਕਰ ਰਹੀ ਹਾਂ ਟਾਣਾ ਸਾਹਿਬ ਕਿ ਲੋਕ ਸੋਸ਼ਲ ਮੀਡੀਆ ਤੇ ਆਹੀ ਲਿਖ ਕੇ ਅੱਗੇ ਤੋਂ ਅੱਗੇ ਅੱਗੇ ਵਧਾ ਉਹਦੇ ਰਹੇ ਇਸ਼ਕ ਨੇ। ਫਿਲਮ ਚ ਬਹੁਤ ਪਈਆਂ ਸੀ, ਕਿੰਨਾ ਰੌਲਾ ਪਿਆ ਸੀਗਾ। ਕਿਹੜੀ ਫਿਲਮ? ਹਾਂ, ਅੱਖੀਆਂ ਤੂੰ ਲੜਾਲੇ ਰਾਜਾ, ਉਹ ਗਾਣੇ। ਤੁਹਾਨੂੰ ਪਤਾ ਹੈ? ਮੈਨੂੰ ਪਤਾ, ਮੈਂ ਫਿਲਮ ਵੇਖੀ ਸੀ ਇਹ। ਅੱਛਾ, ਹਾਂ, ਇਹ ਉਹੀ ਫਿਲਮ ਤਾਂ ਨਹੀਂ ਜਿਹ ਚ ਜੂਹੀ ਚਾਵਲਾ ਵੀ ਸੀ? ਜੂਹੀ ਚਾਵਲਾ, ਉਹਦੇ ਚ ਕਾਜਲ, ਉਹਦੇ ਵਿੱਚ ਆਮਿਰ ਖਾਨ। ਅੱਛਾ, ਵਾਵਾ ਫਿਲਮਾਂ ਵੇਖਦੇ ਉਦੋਂ ਫਿਰ ਰਹੇ। ਅਸੀਂ ਆਪਦੇ ਸਾਥੀਆਂ ਦੇ ਨਾਲ ਗਏ ਸੀ ਫਿਲਮ ਦੇਖਣ। ਕਿੱਥੇ? ਉਹ ਗਏ ਸੀ ਫਰੀਦਕੋਟ ਸਿਨੇਮੇ 'ਚ ਹੀ। ਹਾਂਜੀ, ਹਾਂ। ਹਾਂ, ਦੱਸੋ। ਬਸ ਫਿਰ ਉਦੋਂ ਬੜੀਆਂ ਚੰਗੀਆਂ ਲੱਗਦੀਆਂ ਸੀ ਗੱਲਾਂ। ਹਾਂ, ਜਦੋਂ ਆਮਿਰ ਖਾਨ ਪਾਈਪਾਂ ਦੇ ਉੱਪਰ ਤੁਰਿਆ ਸੀ, ਉਧਰੋਂ ਪੈਪ ਵੱਢੀ ਜਾਂਦਾ ਸੀ, ਆਪਾਂ ਹੋਰ ਹੀ ਗੱਲ ਪਾਸੇ ਤੁਰ ਪੈਣਾ। ਨਹੀਂ ਉਹਦੇ ਪਈਆਂ। ਮੁੱਕ ਦੀ ਗੱਲ ਇਹ ਆ ਕਿ ਅਜੇ ਦੇਵਗਨ ਦੇ ਨਹੀਂ ਚਪੇੜਾ ਪਈਆਂ। ਉਹਦੇ ਬਿਲਕੁਲ ਨਹੀਂ ਪਈਆਂ। ਗੱਲ ਇਹ ਆ ਵੀ ਨਾ ਸੋਸ਼ਲ ਮੀਡੀਆ ਤੇ ਕੁਝ ਵੀ ਹੋ ਜਾਂਦਾ। ਤੁਸੀਂ ਇੰਨੇ ਦਾਅਵੇ ਜੇ ਨਾ ਕਹੀ ਜਾਓ ਵੀ ਬਿਲਕੁਲ ਨਹੀਂ ਪਈਆਂ। ਹਰ ਘੰਟੇ ਬਾਅਦ ਖਬਰ ਬਦਲਦੀ ਹੈ। ਫਿਲਹਾਲ ਤੱਕ ਕਹੋ ਵੀ ਨਹੀਂ ਪਈਆਂ। ਉਹਨੇ ਜਿਵੇਂ ਕਿਹਾ ਉਹਦੇ ਨਹੀਂ ਪਈਆਂ, ਕਿਉਂਕਿ ਸੱਚ ਮੁੜ ਕੇ ਕੁਝ ਹੋਰ ਹੀ ਨਿਕਲ ਕੇ ਆ ਜਾਂਦਾ। ਸੋਸ਼ਲ ਮੀਡੀਆ ਦੇ ਉੱਤੇ ਕਈ ਕੁਝ ਬਣ ਜਾਂਦਾ, ਕਈ ਕੁਝ ਬਣਾ ਦਿੱਤਾ ਜਾਂਦਾ। ਐਵੇਂ ਕਈ ਗੱਲਾਂ ਕਿਸੇ ਦੇ ਖਾਤੇ 'ਚ ਪਾ ਦਿੱਤੀਆਂ ਜਾਂਦੀਆਂ। ਆ ਹੁਣ ਮਹੀਨੇ ਕੁ ਬਾਅਦ ਅਖੇ ਅਮਿਤਾਭ ਬੱਚਨ ਨੂੰ ਇਦਾਂ ਹੋ ਗਿਆ। ਜੀ। ਇਹ ਚੌਥੇ ਕਰਨ ਕਿਸੇ ਨਾ ਕਿਸੇ ਪੰਜਾਬ ਦੇ ਕਲਾਕਾਰ ਨੂੰ ਕੁਝ ਹੋ ਜਾਂਦਾ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਆ ਟਾਣਾ ਸਾਹਿਬ ਵੀ ਜਦ ਤੱਕ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ, ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਵਾਕਈ ਵੀਡੀਓ ਕਿਹਦੀ ਹੈ, ਤਦ ਤੱਕ ਅੱਗੇ ਇਹ ਲਿਖ ਕੇ ਨਹੀਂ ਫੈਲਾਉਣਾ ਚਾਹੀਦਾ ਵੀ ਆਹ ਵੇਖੋ ਜੀ ਫਲਾਣੇ ਦੇ ਪੈ ਗਈਆਂ, ਫਲਾਣੇ ਦੀ ਆ ਵੀਡੀਓ ਆ ਗਈ, ਫਲਾਣਾ ਬਿਮਾਰ ਹੋ ਗਿਆ, ਫਲਾਣਾ ਮਰ ਗਿਆ। ਇਦਾਂ ਦੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। 2 ਵਾਰੀ ਮੈਂ ਮਰਿਆ ਹੁਣ ਤੱਕ ਅੱਛਾ, ਫੇਸਬੁੱਕ ਤੇ। ਅੱਛਾ ਜੀ। ਹਾਂਜੀ, ਤੜਕੇ ਉੱਠਿਆ ਮੈਂ, ਇਹ ਗੱਲ ਹੈਗੀ 4-5 ਸਾਲ ਪੁਰਾਣੀ। ਤੜਕੇ ਉੱਠਿਆ ਤਾਂ ਕਿਸੇ ਬੰਦੇ ਨੇ ਪੋਸਟ ਪਾਈ, ਟੈੜਾ ਨਹੀਂ ਰਿਹਾ, ਸੜਕ ਹਾਦਸੇ 'ਚ ਹੋਈ ਮੌਤ। ਹਾਂ, ਕੌਣ ਸੀ ਉਹ ਸ਼ਖਸ? ਬਾਅਦ 'ਚ ਮੈਂ ਉਹਨੂੰ ਫੋਨ ਕੀਤਾ। ਹਾਂਜੀ, ਕਹਿੰਦਾ ਜੀ ਮੈਨੂੰ ਪਤਾ ਲੱਗਾ ਸੀ। ਚਲੋ। ਹਾਂ, ਤੇ ਮੈਂ ਕਿਹਾ ਮੈਂ ਭੂਤਾਂ ਚੁੰਮੜਨਾ ਹੁਣ ਤੈਨੂੰ। ਅਫਵਾਹਾਂ ਤੋਂ ਬਚੋ, ਨਾ ਫੈਲਾਓ ਤੇ ਨਾ ਹੀ ਮੰਨੋ ਕੋਈ ਇਹਨਾਂ ਹੋਰ ਕੰਮ ਅਫਵਾਹਾਂ ਕਰ ਲਓ, ਜ਼ਰੂਰੀ ਆਪਾਂ ਇਹ ਕੰਮ ਕਰਨਾ? ਜ਼ਿੰਦਗੀ 'ਚ ਕਿੰਨੇ ਕੰਮ ਆ। ਉਦਾਂ ਇਸ਼ਕ ਫਿਲਮ ਕਿਵੇਂ ਸੀ? ਬਹੁਤ ਸੋਹਣੀ ਫਿਲਮ ਸੀ ਉਦੋਂ। ਹਾਂ, ਕਿੰਨੀ ਦੇਰ ਪਹਿਲਾਂ ਵੇਖੀ? ਜਦੋਂ ਆਈ ਸੀ ਉਦੋਂ ਉਹ ਨਵੀਂ ਵੇਖ ਲਈ ਸੀ। ਨਵੀਂ ਗਿੱਲੀ ਸੀ ਹਲੇ। ਤੇ ਜਦੋਂ ਉਹ ਪਾਈਪ ਵੱਢ ਰਿਹਾ ਸੀ ਉਦੋਂ ਫਿਰ ਵਾਵਾ ਹਾਸਾ ਆਇਆ ਹੋਣਾ। ਉਹ ਸਾਨੂੰ ਹਾਸਾ ਆਉਂਦਾ ਸੀ। ਉਦੋਂ ਤਾਂ ਅਸੀਂ ਐਂ ਸੋਚਦੇ ਹੁੰਦੇ ਸੀਗੇ ਵੀ ਭਾਈ ਆ ਦੇਖੋ ਯਾਰ ਕਿੰਨਾ ਪਾਗਲ ਆ, ਉਹ ਜਾਂ ਮੂਹਰਲੇ ਨੂੰ ਹਟਾ ਲੈਣ ਯਾਰ, ਉੱਚੀ ਆਵਾਜ਼ ਦੇ ਦੇਣ। ਸਾਨੂੰ ਥੋੜੀ ਪਤਾ ਸੀ ਵੀ ਕਹਾਣੀ ਆਏ ਆ। ਅੱਛਾ, ਫਿਰ ਵਧੀਆ ਰਿਹਾ ਤਜਰਬਾ ਫਿਲਮ ਤਜਰਬਾ। ਲੈ, ਇੱਧਰ ਤਾਂ ਮਿੱਠਨ ਚੱਕਰਵਰਤੀ ਨੇ ਕੁੱਟਣਾ, ਉਧਰ ਸਕੂਲ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਫੈਂਟਾ ਲਾਈ ਜਾਣਾ। ਅੱਛਾ, ਡਿਸ਼ੂ ਐਦਾਂ ਕਰਕੇ। ਤੇ ਫੁੱਲੇ ਖਾਦੇ ਸੀ। ਸਾਨੂੰ ਕੀ ਪਤਾ ਸੀਗਾ ਵੀ ਖੀਰ ਦੇ ਉੱਤੇ ਉਹ ਭਾਜ ਬਚਾ ਜੂਗਾ, ਉਹ ਕੋਬਰਾ ਬਣ ਕੇ। ਹਾਂ। ਅੱਜ ਕੱਲ ਕੋਬਰਾ ਵੈਸੇ ਖੁੱਡ 'ਚ ਵੜਿਆ ਹੋਇਆ ਦਿਖਦਾ ਨਹੀਂ ਕਿਤੇ। ਪਤਾ ਨਹੀਂ ਕੋਈ ਖੁੱਡ 'ਚ ਵਾੜ ਕੇ ਉਤੋਂ ਕਿਸੇ ਨੇ ਲਾਤਾ ਨਾ, ਕੋਈ ਰੋੜਾ ਰਾੜਾ ਪਾਤਾ ਉਹਦੇ 'ਚ। ਚੱਜ ਦਾ ਵਿਚਾਰ। ਟਾਣਾ ਸਾਹਿਬ, ਹੁਣ ਅਗਲੀ ਖਬਰ ਵੱਲ ਵਧਦੇ ਆ। ਇੱਕ ਵੀਡੀਓ ਹੋਰ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਹਾਲਾਂਕਿ ਲੋਕ ਬਹੁਤ ਕੁਝ ਬੋਲ ਰਹੇ ਨੇ, ਪਰ ਸਾਰੀਆਂ ਗੱਲਾਂ ਦੇ ਹੱਕ ਦੇ ਵਿੱਚ ਨਹੀਂ ਮੈਂ। ਇਹ ਵੀਡੀਓ ਜੁੜੀ ਹੋਈ ਹੈ ਅਰੁਣ ਨਾਰੰਗ ਹੋਰਾਂ ਦੇ ਨਾਲ, ਬੀਜੇਪੀ ਦੇ ਨਾਲ ਜੁੜੇ ਹੋਏ ਨੇ ਜਿਹੜੇ, ਔਰ ਪਿਛਲੇ ਦਿਨੀ ਉਹਨਾਂ ਦੀ ਕੁੱਟਮਾਰ ਹੋਈ ਹੈ ਮਲੋਟ ਦੇ ਵਿੱਚ। ਜੀ, ਉਹਨੂੰ ਲੈ ਕੇ ਇਸ ਵੇਲੇ ਮਾਹੌਲ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜੋ ਕੁਝ ਹੋਇਆ ਉਹ ਮਾੜਾ ਹੋਇਆ। ਅਸੀਂ ਇਹਦੀ ਨਿਖੇਧੀ ਕਰਦੇ ਆ ਤੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਆ।
ਕੋਈ ਜਿਵੇਂ ਮਰਜ਼ੀ ਕਹੀ ਜਾਵੇ ਵੀ ਟਿੱਪਣੀਆਂ ਪਾਈ ਐ ਕਰਤਾ ਆ ਕਰਤਾ, ਪਰ ਅਸੀਂ ਚਾਹੁੰਦੇ ਆ ਕਿ ਕੋਈ ਕਿਸੇ ਦੇ ਉੱਤੇ ਹਮਲਾ ਨਾ ਕਰੇ, ਕਿਸੇ ਨੂੰ ਨੰਗਾ ਕਰਕੇ ਕੁੱਟਣ ਦਾ ਕੋਈ ਤੁਕ ਨਹੀਂ ਬਣਦੀ। ਪਰ ਦੂਜੀ ਗੱਲ ਇਹ ਆ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ। ਹੁਣ ਬੇਸ਼ੱਕ ਕਾਂਗਰਸ ਇਹ ਗੱਲ ਕਹੀ ਜਾਵੇ ਕਿ ਸਾਡੇ ਉੱਤੇ ਦੋਸ਼ ਮੜੇ ਜਾ ਰਹੇ ਆ, ਭਾਜਪਾ ਹੀ ਕਹਿਣੇ ਤਾਂ ਕਾਂਗਰਸ ਦੇ ਗੁੰਡੇ ਸੀ, ਕੋਈ ਕੁਛ ਕਹਿਣਾ ਉਹ ਕੁਛ ਕਹਿਣਾ, ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਦਿਓ। ਤੁਸੀਂ ਪਿਛਲੇ 3-4 ਮਹੀਨਿਆਂ ਤੋਂ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਉਹਨਾਂ ਨੂੰ ਸੁਣ ਕੇ ਦੇਖੋ। ਹਰਜੀਤ ਸਿੰਘ ਗਰੇਵਾਲ ਹਰ ਚੌਥੇ ਦਿਨ ਕਹਿ ਦਿੰਦੇ ਆ ਇਹ ਮਾਓਵਾਦੀ ਹਨ, ਇਹ ਖਾਲਿਸਤਾਨੀ ਹਨ, ਇਹ ਤਾਂ ਜੀ ਵਿਕੇ ਹੋਏ ਹਨ, ਇਹ ਤਾਂ ਜੀ ਏਦਾਂ ਹਨ, ਇਹ ਫਲਾਣਾ ਹਨ, ਢਿੰਗੜਾ ਹਨ। ਉਹਨਾਂ ਦੇ ਬੋਲਣ ਦਾ ਲਹਿਜ਼ਾ ਸਭ ਤੋਂ ਵੱਧ ਕੁਰੱਖਤ ਹੈ। ਬਿਲਕੁਲ। ਉਸ ਤੋਂ ਬਾਅਦ ਜਿਆਣੀ ਸਾਹਿਬ ਆ ਜਿਹੜੇ ਉਹ ਅਵੱਲੀ ਗੱਲ ਕੱਢ ਮਾਰਦੇ ਆ। ਬੀਜੇਪੀ ਦਾ ਕੋਈ ਹੋਰ ਨੇਤਾ ਕਹਿ ਦਿੰਦਾ ਇਹਨਾਂ ਨੂੰ ਕੋਈ ਕਾਨੂੰਨ ਕਾਨੂੰਨ ਨਹੀਂ ਰੱਦ ਹੋਣਗੇ, ਇਹ ਤਾਂ ਵਿਹਲੇ ਬੈਠੇ ਆ, ਮੰਨਣੀ ਮੰਨਣ ਦੇ ਨਾ ਮੰਨਣ। ਜਦੋਂ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਕਿਸਾਨ ਤਪੇ ਪਏ ਆ। ਇਸ ਗੱਲ ਤੋਂ ਇਸ ਗੱਲ ਦਾ ਝਲਕਾਰਾ ਮਿਲਦਾ ਵੀ ਭਾਰਤ ਦੇਸ਼ ਦੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜੇਕਰ ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਹਮਲਾ ਹੁੰਦਾ ਤਾਂ ਲੋਕਾਂ ਦੇ ਅੰਦਰ ਕੀ ਕੁਝ ਚੱਲ ਰਿਹਾ, ਲੋਕ ਅੰਦਰੋਂ ਕਿਉਂ ਇਹ ਸਾਰਾ ਕੁਝ ਤਪੇ ਹੋਣ ਕਰਕੇ ਕਰ ਰਹੇ ਆ। ਸੋ ਇਸ ਕਰਕੇ ਲੋੜ ਇਸ ਗੱਲ ਦੀ ਆ ਕਿ ਪੰਜਾਬ ਦੇ ਨੇਤਾ ਪਹਿਲਾਂ ਤਾਂ ਕਿਸਾਨ ਪੱਖੀ ਗੱਲ ਕਰਨ, ਜਾਂ ਕਿਸਾਨ ਪੱਖੀ ਵੀ ਨਹੀਂ ਕਰਦੇ ਨਿਰਪੱਖ ਗੱਲ ਕਰ ਲੈਣ। ਉਹ ਇਹ ਗੱਲ ਕਹਿਣ ਵੀ ਕੇਂਦਰ ਦੀ ਸਰਕਾਰ ਤੱਕ ਅਸੀਂ ਸੁਨੇਹਾ ਪਹੁੰਚਾਉਨੇ ਆ, ਕੇਂਦਰ ਦੀ ਸਰਕਾਰ ਨੂੰ ਮੀਟਿੰਗ ਵਾਸਤੇ ਨਵਾਂ ਸਮਾਂ ਦੇਣਾ ਚਾਹੀਦਾ, ਤੇ ਜੇਕਰ ਮੀਟਿੰਗ ਦੇ ਵਿੱਚ ਬੈਠ ਕੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਫਿਰ ਅਗਲੀ ਗੱਲ ਉਸ ਤੋਂ ਬਾਅਦ ਦੀ ਆ। ਪਰ ਜੇਕਰ ਆਪਾਂ ਗੱਲ ਕਰਾਂਗੇ ਕੇਂਦਰ ਸਰਕਾਰ ਸਹੀ ਹੈ, ਫਲਾਣਾ ਗਲਤ ਹੈ, ਫਲਾਣਾ ਗਲਤ ਹੈ, ਤਾਂ ਕਿਸਾਨ ਇਦਾਂ ਦਾ ਕੁਝ ਜੇਕਰ ਕਰਦੇ ਆ ਤਾਂ ਉਹਦੇ ਪਿੱਛੇ ਬੀਜੇਪੀ ਦੇ ਨੇਤਾ ਵੀ ਜ਼ਿੰਮੇਵਾਰ ਆ ਤੇ ਕੁਝ ਕੁ ਵਿੱਚ ਸ਼ਰਾਰਤੀ ਅਨਸਰ ਵੀ ਹੋਣਗੇ। ਇਸ ਕਰਕੇ ਤੋਲ ਕੇ ਬੋਲਿਆ ਜਾਵੇ, ਜੇਕਰ ਆਪਾਂ ਫਾਇਦਾ ਨਹੀਂ ਕਰ ਸਕਦੇ ਕਿਸਾਨਾਂ ਦਾ ਤਾਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬਿਲਕੁਲ। ਦੇਖੋ, ਕਿਸੇ ਨੂੰ ਵੀ ਉਕਸਾਉਣਾ ਮਾੜਾ ਹੈ। ਜਿਸ ਤਰੀਕੇ ਦੇ ਹੁਣ ਤੱਕ ਬਿਆਨ ਸਾਹਮਣੇ ਆਏ ਨੇ ਨਾ, ਉਹ ਬਿਆਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਕਸਾਉਣ ਦਾ ਹੀ ਕੰਮ ਕਰ ਰਹੇ ਨੇ। ਜਦੋਂ ਵਾਰ-ਵਾਰ ਹਰਜੀਤ ਗਰੇਵਾਲ ਹੋ ਰਹੀ ਹੈ ਕਹਿੰਦੇ ਨੇ ਮੈਂ ਨਿਕਲ ਕੇ ਦਿਖਾਊਂਗਾ, ਮੈਨੂੰ ਕੋਈ ਕੁਛ ਕਹਿ ਕੇ ਵੇਖੇ, ਜਾਂ ਕਦੀ ਉਹ ਕਹਿੰਦੇ ਨੇ ਇਹ ਨਹੀਂ ਰੱਦ-ਰੁੱਦ ਹੋਣੇ, ਤਾਂ ਮਾਓਵਾਦੀ ਉੱਥੇ ਇਕੱਠੇ ਹੋ ਕੇ ਬੈਠੇ ਨੇ। ਇਹ ਗੱਲਾਂ ਚੁੱਭਦੀਆਂ ਨੇ, ਇਹ ਗੱਲਾਂ ਕਹਿਣ ਵਾਲੀਆਂ ਨਹੀਂ। ਬਹੁਤ ਸਾਰੇ ਬੀਜੇਪੀ ਨਾਲ ਜੁੜੇ ਹੋਏ ਇਹੋ ਜਿਹੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਆਪਾਂ ਗੱਲ ਕਰਦੇ ਹਾਂ, ਕੋਈ ਗੱਲ ਨਹੀਂ। ਸਾਰੀਆਂ ਪਾਰਟੀਆਂ ਦੇ ਵਿੱਚ ਸਾਰੇ ਲੋਕ ਹੂੜ ਮੱਤੇ ਨਹੀਂ ਹੁੰਦੇ, ਸਾਰੀਆਂ ਪਾਰਟੀਆਂ ਦੇ ਵਿੱਚ ਸਾਰੇ ਲੋਕ ਸਿਆਣੇ ਨਹੀਂ ਹੁੰਦੇ। ਸੋ ਬੀਜੇਪੀ ਦੇ ਵਿੱਚ ਵੀ ਕੁਝ ਨੇਤਾ ਇਹੋ ਜਿਹੇ ਹੈਗੇ ਆ ਜਾਂ ਹੋਣਗੇ ਜਿਹੜੇ ਕਿ ਚੰਗੀ ਸੋਚ ਰੱਖਦੇ ਹੋਣਗੇ, ਜਿਹੜੇ ਕਿ ਚੁੱਪ ਆ, ਜਿਹੜੇ ਸ਼ਾਂਤ ਆ। ਉਹ ਸ਼ਾਇਦ ਇਹ ਗੱਲ ਮੰਨਦੇ ਹੋਣਗੇ ਵੀ ਸਾਡੀ ਪੇਸ਼ ਨਹੀਂ ਚੱਲਦੀ ਅੱਗੇ, ਸ਼ਾਇਦ ਉਹਨਾਂ ਦੀ ਅੱਗੇ ਗੱਲ ਪਚਾਈ ਦੇ ਉੱਤੇ ਕਿਸੇ ਨੇ ਅਮਲ ਨਾ ਕੀਤਾ ਹੋਵੇ। ਪਰ ਇੱਥੇ ਬੈਠ ਕੇ ਇੱਥੇ ਵਿੱਚ ਰਹਿ ਕੇ ਇਹਨਾਂ ਲੋਕਾਂ ਤੋਂ ਵੋਟਾਂ ਲੈ ਕੇ ਇਹਨਾਂ ਨੂੰ ਮਾੜਾ ਕਹੀ ਜਾਣਾ, ਇਸ ਗੱਲ ਦੇ ਉੱਤੇ ਕਿਸਾਨ ਤਪੇ ਹੋਏ ਆ। ਪਰ ਸਾਡੀ ਇੱਕ ਬੇਨਤੀ ਆ ਵੀ ਕਾਨੂੰਨ ਨੂੰ ਬਿਲਕੁਲ ਹੱਥ ਦੇ ਵਿੱਚ ਨਾ ਲਿਆ ਜਾਵੇ। ਪਰ ਜਿਹੜੀ ਇਹ ਗੱਲ ਕਹਿੰਦੇ ਨੇ ਵੀ ਕਿਸਾਨ ਗਲਤ ਆ, ਚਲੋ ਇਹ ਵੀ ਮੰਨ ਲਿਆ, ਪਰ ਜਦੋਂ ਬਾਰਡਰ ਦੇ ਉੱਤੇ ਬੈਠੇ, ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਦੇ ਉੱਤੇ ਬੈਠੇ ਹੋਏ ਲੋਕਾਂ ਦੇ ਉੱਤੇ ਡਲੇ ਵੱਜਦੇ ਸੀ, ਪੱਥਰ ਵੱਜਦੇ ਸੀ, ਉਦੋਂ ਲੋਕਤੰਤਰ ਦਾ ਘਾਣ ਨਹੀਂ ਸੀ ਹੁੰਦਾ। ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਤਾਂ ਸਾਡੀ ਸੁਪਰੀਮ ਕੋਰਟ ਵੀ ਦਿੰਦੀ ਆ, ਤੇ ਫਿਰ ਤੁਸੀਂ ਉਹਨਾਂ ਦੇ ਡਲੇ ਮਾਰਦੇ ਸੀ। ਤੇ ਫਿਰ ਵੀ ਪੰਜਾਬ ਦੇ, ਯੂਪੀ ਦੇ, ਹਰਿਆਣੇ ਦੇ ਕਿਸਾਨ ਕੁੱਟੇ ਗਏ ਆ, ਨਾ ਕਿ ਉਹ ਡਲੇ ਮਾਰਨ ਵਾਲੇ, ਉਹ ਗੁੰਡਾਗਰਦੀ ਕਰਨ ਵਾਲੇ ਕੁੱਟੇ ਗਏ। ਬਿਲਕੁਲ ਸਹੀ। ਹੁਣ ਇਹਦਾ ਦੂਜਾ ਪੱਖ ਦੇਖ ਲਓ, ਜਦੋਂ ਕਿਸਾਨ ਜਾਂਦੇ ਸੀਗੇ ਅੱਗੇ ਪ੍ਰਦਰਸ਼ਨ ਕਰਨ ਦੇ ਲਈ ਤਾਂ ਸਿਆਲਾਂ ਦੇ ਵਿੱਚ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕੀ ਇਹ ਸਾਰਾ ਕੁਝ ਸਹੀ ਸੀ? ਕੀ ਇਹ ਗੁੰਡਾਗਰਦੀ ਨਹੀਂ ਸੀ? ਇਹ ਸਾਰਾ ਕੁਝ ਵੀ ਰੁਕਣਾ ਚਾਹੀਦਾ। ਦੇਖੋ, ਗੱਲ ਇਹ ਹੈ ਨਾ ਵੀ ਜੇਕਰ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਲੋਕਤੰਤਰ ਹਰ ਇੱਕ ਨੂੰ ਇੱਕੋ ਜਿਹਾ ਅਧਿਕਾਰ ਦਿੰਦਾ ਹੈ। ਹਰ ਇੱਕ ਬੰਦਾ, ਚਾਹੇ ਕੋਈ ਕਿਸੇ ਉੱਚੇ ਅਹੁਦੇ ਦੇ ਉੱਪਰ ਹੈ, ਚਾਹੇ ਕੋਈ ਆਮ ਬੰਦਾ ਰੇੜੀ ਫੜੀ ਲਾਉਣ ਵਾਲਾ ਹੈ, ਜਾਂ ਅਸੀਂ ਤੁਸੀਂ ਹਾਂ, ਹਰ ਇੱਕ ਨੂੰ ਇੱਕੋ ਜਿਹਾ ਅਧਿਕਾਰ ਦਿੰਦਾ ਹੈ ਸਾਡਾ ਲੋਕਤੰਤਰ। ਤੇ ਫਿਰ ਹਰੇਕ ਨਾਲ ਵਤੀਰਾ ਵੀ ਇੱਕੋ ਜਿਹਾ ਹੋਣਾ ਚਾਹੀਦਾ ਨਾ। ਜੇਕਰ ਕਿਸਾਨਾਂ ਦੇ ਨਾਲ ਕੋਈ ਵੀ ਗਲਤ ਘਟਨਾ ਵਾਪਰਦੀ ਹੈ, ਜੇਕਰ ਹਾਈਵੇ ਪੁੱਟੇ ਜਾਂਦੇ ਨੇ, ਜੇਕਰ ਪਾਣੀ ਦੀਆਂ ਬਛਾੜਾਂ ਮਾਰੀਆਂ ਜਾਂਦੀਆਂ ਨੇ, ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ, ਤਾਂ ਗਲਤ ਉਹ ਵੀ ਹੈ। ਲੋਕਤੰਤਰ ਦਾ ਘਾਣ ਉੱਥੇ ਵੀ ਹੋ ਰਿਹਾ ਹੈ। ਸੋ ਅਸੀਂ ਬਰਾਬਰਤਾ ਨਾਲ ਵੇਖੀਏ ਵੀ ਲੋਕਤੰਤਰ ਦਾ ਘਾਣ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਕਿੱਥੇ ਹੋਇਆ। ਹੁਣ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਗਏ ਬੰਗਲਾਦੇਸ਼ ਦੇ ਵਿੱਚ, ਉੱਥੇ ਬਹੁਤ ਸਾਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਉੱਥੇ ਆਪਸ ਦੇ ਵਿੱਚ ਝੜਪਾਂ ਹੋਈਆਂ, ਪੁਲਿਸ ਨੇ ਗੋਲੀਆਂ ਚਲਾਈਆਂ, ਉੱਥੇ ਕਈ ਦਰਜਨ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ। ਹੁਣ ਨਹੀਂ ਕੋ ਕਹਿੰਦਾਗਾ, ਕਹਿ ਦੋ ਵੀ ਉਹਨਾਂ ਨੂੰ ਫੰਡਿੰਗ ਹੋਈ ਆ, ਕਹਿ ਦੋ ਜੀ ਉਹ ਬਾਕੀ ਪਾਰਟੀਆਂ ਨੇ ਭੇਜੇ ਹੋਏ ਆ। ਇਹ ਮੇਰਾ ਖਿਆਲ ਆ ਵੀ ਪਹਿਲੀ ਵਾਰ ਹੋ ਰਿਹਾ ਵੀ ਹੋਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਦੇ ਕਰਕੇ ਇਦਾਂ ਦਾ ਹਿੰਸਕ ਮਾਹੌਲ ਬਣਿਆ ਹੋਵੇ। ਸੋ ਇਹਨਾਂ ਗੱਲਾਂ ਨੂੰ ਅਸੀਂ ਸੋਚੀਏ, ਸਮਝੀਏ, ਵਿਚਾਰੀਏ ਤੇ ਸਬਕ ਸਿੱਖੀਏ ਵੀ ਕਿਉਂ ਸਾਡਾ ਸਾਰੇ ਪਾਸੇ ਵਿਰੋਧ ਹੋ ਰਿਹਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਹੁਣ ਆਪਾਂ ਨੀਤੀ ਆਯੋਗ ਦੀ ਵੀ ਗੱਲ ਕਰ ਲੈਂਦੇ ਆ ਜੀ। ਮੈਨੂੰ ਬੜੀ ਹੈਰਾਨੀ ਹੋਈ ਉਸ ਬਿਆਨ ਨੂੰ ਪੜ੍ਹ ਕੇ ਵੀ ਹੱਦ ਹੁੰਦੀ ਹੈ ਕਿਸੇ ਚੀਜ਼ ਦੀ। ਇੱਕ ਪਾਸੇ ਤਾਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ, ਆਮ ਲੋਕਾਂ ਦੀ ਗੱਲ ਕਰਦੇ ਹਾਂ, ਇਹ ਕਹਿੰਦੇ ਆ ਕਿ ਸਰਕਾਰ ਲੋਕਾਂ ਦੇ ਲਈ ਹੈ, ਸਰਕਾਰ ਲੋਕਾਂ ਬਾਰੇ ਸੋਚਦੀ ਹੈ, ਤੇ ਦੂਸਰੇ ਬੰਨੇ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਗੱਲ ਕਹਿ ਰਹੇ ਹਾਂ ਕਿ ਛੇਤੀ ਛੇਤੀ ਖੇਤੀ ਕਾਨੂੰਨ ਲਾਗੂ ਕਰ ਦਿਓ ਜੀ। ਆਮਦਨ ਦੁੱਗਣੀ ਹੋਣ ਦੇ ਵਿੱਚ ਇਹ ਸਮਾਂ ਲੱਗ ਰਿਹਾ ਹੈ, ਦੇਰੀ ਹੋ ਰਹੀ ਹੈ, ਇਹ ਦੇਰੀ ਨਾ ਕਰੋ, ਛੇਤੀ ਛੇਤੀ ਕਾਨੂੰਨ ਜਿਹੜੇ ਆ ਉਹ ਅੱਗੇ ਵਧਾਓ। ਤੁਸੀਂ ਮੈਨੂੰ ਇਹ ਗੱਲ ਕਹੋ
ਵੀ ਆਹ ਤੈਨੂੰ ਕੰਮ ਕਰ ਲੈਣਾ ਚਾਹੀਦਾ ਜਾਂ ਮੈਂ ਜ਼ਬਰਦਸਤੀ ਆਹ ਕੰਮ ਕੀਤਾ ਇਸ ਕਰਕੇ ਕਿਉਂਕਿ ਤੇਰੀ ਆਮਦਨ 'ਚ ਵਾਧਾ ਹੋ ਜਾਣਾ ਤੇ ਮੈਂ ਕਹਾਂ ਵੀ ਮੈਂ ਜਿਵੇਂ ਹਾਂ ਮੈਨੂੰ ਉਵੇਂ ਠੀਕ ਆ ਤਾਂ ਤੁਹਾਨੂੰ ਇੰਨੀ ਕਾਹਤੋਂ ਮਿਹਰਬਾਨੀ ਕਰਨ ਦੀ ਲੋੜ ਆ ਜਾਂ ਮੈਨੂੰ ਤੁਹਾਡੇ ਉੱਤੇ ਇੰਨੀ ਮਿਹਰਬਾਨੀ ਕਰਨ ਦੀ ਕੀ ਲੋੜ ਆ ਜੇਕਰ ਤੁਸੀਂ ਜਿਵੇਂ ਹੋ ਉਵੇਂ ਸੰਤੁਸ਼ਟ ਹੋ। ਉਹੀ ਗੱਲ ਕੇਂਦਰ ਦੀ ਸਰਕਾਰ ਤੇ ਲਾਗੂ ਹੁੰਦੀ ਆ। ਨੋਟਬੰਦੀ ਕਰਕੇ ਇਹਨਾਂ ਨੇ ਕਿਹਦੀ ਆਮਦਨ ਵਧਾਈ? GST ਤੋਂ ਬਾਅਦ ਕਿੰਨੇ ਫੀਸਦੀ ਵਪਾਰੀਆਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ? ਆ ਜਿਹੜੇ ਹੋਰ ਨੇ ਕਦੇ ਕੋਈ ਕਾਨੂੰਨ ਬਣਾਤਾ ਕਦੇ ਕੋਈ ਕਾਨੂੰਨ ਬਣਾਤਾ, ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਇਆ? ਹੁਣ ਵੀ ਜਦੋਂ ਕਿਸਾਨ ਖੁਦ ਹੀ ਗੱਲ ਕਹਿੰਦੇ ਆ ਵੀ ਸਾਨੂੰ ਤਾਂ ਜੀ ਕੋਈ ਆਮਦਨ ਦੇ ਵਿੱਚ ਵਾਧੇ ਦੀ ਲੋੜ ਨਹੀਂ, ਤੁਹਾਡੇ ਤਰੀਕੇ ਨਾਲ ਤਾਂ ਬਿਲਕੁਲ ਵੀ ਲੋੜ ਨਹੀਂ, ਤਾਂ ਫਿਰ ਆਪਾਂ ਕਿਹੜੀ ਗੱਲੋਂ ਇੰਨੇ ਹੀਲੇ ਕਰਦੇ ਆ? ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਮਨ ਕੀ ਬਾਤ ਕੀਤੀ ਆ। ਉਹ ਕਹਿੰਦੇ ਜੀ ਦੇਸ਼ ਨੂੰ ਆਧੁਨਿਕ ਲੀਹਾਂ ਦੇ ਉੱਤੇ ਤੋਰਨ ਦੀ ਲੋੜ ਆ, ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀ ਜ਼ਰੂਰਤ ਆ ਕਿਉਂਕਿ ਪਹਿਲਾਂ ਹੀ ਕਾਨੂੰਨ ਲਾਗੂ ਕਰਨ ਤੋਂ ਅਸੀਂ ਬੜੇ ਪਿੱਛੇ ਰਹਿ ਗਏ। ਅੱਛਾ ਜੀ, ਹੁਣ ਤੱਕ ਦੱਸੋ ਵੀ ਆਧੁਨਿਕ ਨਹੀਂ ਹੈਗੇ ਕਿਸਾਨ? ਕੀ ਆਪਾਂ ਆਧੁਨਿਕਤਾ ਉਦੋਂ ਹੀ ਮੰਨਾਂਗੇ ਜਦੋਂ ਅੰਬਾਨੀਆਂ ਤੇ ਅਡਾਨੀਆਂ ਨੇ ਸਾਡੇ ਖੇਤਾਂ ਦੇ ਉੱਤੇ ਕਬਜ਼ਾ ਕਰ ਲਿਆ? ਕੀ ਅਸੀਂ ਉਹਨੂੰ ਆਧੁਨਿਕਤਾ ਮੰਨਦੇ ਆ ਵੀ ਆਧੁਨਿਕ ਦੌਰ ਦੇ ਵਿੱਚ ਸਿਰਫ ਸੈਲੋ ਪਲਾਂਟ ਅਡਾਨੀਆਂ ਦੇ ਹੁੰਦੇ ਆ ਤੇ ਬਾਕੀ ਕਿਸੇ ਦਾ ਕੋਈ ਇੱਥੇ ਕੰਮ ਨਹੀਂ ਹੁੰਦਾ? ਨਹੀਂ, ਪਰ ਗੱਲ ਇਹ ਹੈ ਟਾਣਾ ਸਾਹਿਬ, ਆਧੁਨਿਕ ਤਰੀਕੇ ਦੇ ਨਾਲ ਅਸੀਂ ਅੱਗੇ ਵਧ ਸਕਦੇ ਹਾਂ, ਇਹ ਗੱਲ ਮੰਨ ਗਏ, ਪਰ ਆਧੁਨਿਕ ਤਰੀਕਾ ਜੇਕਰ ਤੁਸੀਂ ਚਾਹੁੰਦੇ ਹੋ ਵੀ ਕਿਸਾਨ ਵੀ ਅਪਣਾਉਣ, ਕੀ ਤੁਸੀਂ ਕਿਸਾਨਾਂ ਨੂੰ ਜਿਹੜੇ ਸੰਦ ਨੇ ਪੂਰੇ ਉਹ ਆਪਣੇ ਵੱਲੋਂ ਮੁਫਤ ਦੇ ਵਿੱਚ ਮੁਹੱਈਆ ਕਰਵਾ ਰਹੇ ਹੋ? ਕੀ ਤੁਸੀਂ ਕਿਸਾਨਾਂ ਨੂੰ ਮੁਫਤ ਦੇ ਵਿੱਚ ਕਲਾਸਾਂ ਲਗਾ ਕੇ ਆਧੁਨਿਕੀਕਰਨ ਦੇ ਬਾਰੇ ਚ ਸਮਝਾ ਰਹੇ ਹੋ? ਕੀ ਤੁਸੀਂ ਕਿਸਾਨਾਂ ਨੂੰ ਇਹ ਆਧੁਨਿਕ ਫਾਇਦੇ ਦੇਣ ਦੇ ਲਈ ਪੂਰੀ ਤਰ੍ਹਾਂ ਪੜ੍ਹਾ ਰਹੇ ਹੋ? ਕੀ ਤੁਸੀਂ ਉਹਨਾਂ ਨੂੰ ਹੋਰ ਜਿਹੜੀਆਂ ਸੇਵਾਵਾਂ ਦੀ ਲੋੜ ਹੈ ਉਹ ਦੇ ਰਹੇ ਹੋ? ਜਦ ਉਹ ਸਾਰਾ ਕੁਝ ਨਹੀਂ ਦੇ ਰਹੇ ਤੇ ਫਿਰ ਆਧੁਨਿਕੀਕਰਨ ਜਿਹੜਾ ਉਹ 3 ਬਿੱਲਾਂ ਤੇ ਆ ਕੇ ਅੜ ਗਿਆ। ਹੁਣ ਨੀਤੀ ਆਯੋਗ ਦੇ ਇੱਕ ਮੈਂਬਰ ਨੇ ਗੱਲ ਕਹਿਤੀ, ਉਹ ਕਹਿੰਦੇ ਜੀ ਇਦਾਂ ਤਾਂ ਮਸਲੇ ਦਾ ਹੱਲ ਨਿਕਲਣਾ ਨਹੀਂ, ਜਿਵੇਂ ਕਿਸਾਨਾਂ ਨੇ ਚੁੱਪ ਵੱਟੀ ਹੋਈ ਹੈ ਇਹ ਚੁੱਪ ਇਹਨਾਂ ਦੇ ਖਿਲਾਫ ਹੀ ਜਾਣੀ ਆ, ਇਸ ਕਰਕੇ ਇਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ, ਗੱਲ ਮੰਨ ਲੈਣੀ ਚਾਹੀਦੀ ਆ। ਆਮਦਨ ਦੁੱਗਣੀ ਕਰਨ ਦੇ ਵਿੱਚ ਨਹੀਂ ਤਾਂ ਯੋਗਦਾਨ ਨਹੀਂ ਪੈਣਾਗਾ। ਉਹ ਕਹਿੰਦੇ 2022 ਦੇ ਵਿੱਚ ਤਾਂ ਆਮਦਨ ਵਧੂਗੀ ਜੇਕਰ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਹੋਣਗੇ। ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਵੀ ਗਰੰਟੀ ਹੈ ਇਸ ਗੱਲ ਦੀ 2022 ਦੇ ਵਿੱਚ ਆਮਦਨ ਦੁੱਗਣੀ ਹੋ ਜੂ? ਕਹਿੰਦੇ ਕੋਸ਼ਿਸ਼ਾਂ ਕਰਾਂਗੇ, ਕੋਸ਼ਿਸ਼ ਦੇ ਨਾਲ ਸ਼ਾਇਦ ਸਫਲਤਾ ਮਿਲ ਜੇ, ਅਸੀਂ ਆਪਣੇ ਵੱਲੋਂ ਹੰਭਲਾ ਮਾਰਾਂਗੇ, ਆਪਣੇ ਵੱਲੋਂ ਹੰਭਲਾ ਮਾਰਾਂਗੇ। ਇਹ ਤਾਂ 14 ਤੋਂ ਵੱਜ ਰਿਹਾ ਤੇ ਫਾਇਦਾ ਕਿਸੇ ਨੂੰ ਕੋਈ ਹੋ ਨਹੀਂ ਰਿਹਾ। ਇਸ ਕਰਕੇ ਕਿਸਾਨੀ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਹ ਸੋਚੋ, ਜਿਹੜੇ ਵੀ ਕਹਿੰਦੇ ਆ ਤੋਮਰ ਸਾਹਿਬ ਦਾ ਕੱਲ ਬਿਆਨ ਆਇਆ, ਕਹਿੰਦੇ ਜੀ ਕਿ किसान बातचीत करने के लिए तैयार ही नहीं, अच्छा किसान के कारण ही ये खड़ोत पैदा हुई है, किसान जब चाहे उसी दिन मसले का हल हो सकता है, तो तुसी मीटिंग ਲਈ ਸਮਾਂ ਨਹੀਂ ਦਿੰਦੇ ਤਾਂ ਕਿਸਾਨ ਘਰੇ ਬੈਠੇ ਮਸਲਾ ਹੱਲ ਕਰ ਲੈਣ। ਖੜੋਤ ਤਾਂ ਇਸ ਗੱਲ ਕਰਕੇ ਹੋਈ ਹੈ ਕਿਉਂਕਿ ਤੁਸੀਂ ਉਹੀ ਗੱਲਾਂ ਦੁਬਾਰਾ ਰਟਾ ਰਹੇ ਹੋ, ਤੁਸੀਂ ਉਹੀ ਗੱਲਾਂ ਰੱਟ ਰਹੇ ਹੋ, ਅਸਲ ਦੇ ਵਿੱਚ ਤੁਸੀਂ ਉਹੀ ਗੱਲਾਂ ਵਾਰ-ਵਾਰ ਕਰ ਰਹੇ ਹੋ। ਜਿੱਥੇ ਤੁਸੀਂ ਪਹਿਲੀ ਮੀਟਿੰਗ 'ਚ ਸੀ ਉੱਥੇ ਹੀ ਤੁਸੀਂ 11ਵੀਂ ਮੀਟਿੰਗ ਦੇ ਵਿੱਚ ਵੀ ਸੀ, ਹੈ ਨਾ, ਤੇ ਕਿਸਾਨਾਂ ਕਰਕੇ ਖੜੋਤ ਕਿੱਥੋਂ ਆ ਗਈ? ਦੂਸਰੀ ਗੱਲ ਇਹ ਹੈ ਕਿ ਹੰਭਲਾ ਤੁਸੀਂ ਕਹਿੰਦੇ ਹੋ ਵੀ ਨੀਤੀ ਆਯੋਗ ਦੇ ਮੈਂਬਰ ਨੇ ਕਿਹਾ ਵੀ ਹੰਭਲਾ ਮਾਰਨ ਦੀ ਲੋੜ ਹੈ, ਤੇ ਫਿਰ ਸਰਕਾਰ ਮਾਰੇ ਹੰਭਲਾ। ਸਰਕਾਰ ਜਿਹੜੀ MSP ਦੀ ਗਰੰਟੀ ਕਿਸਾਨ ਮੰਗ ਰਹੇ ਨੇ ਉਹ MSP ਦੀ ਗਰੰਟੀ ਲਿਖਤੀ ਤੌਰ ਤੇ ਦੇ ਦੇਵੇ। ਉਸ ਤੋਂ ਬਾਅਦ ਵਿੱਚ ਗੱਲ ਇਹ ਹੈ ਕਿ ਜਿਹੜੀ ਇਹ ਕਹਿੰਦੇ ਵੀ ਜਿਹੜੀ ਕਿਸਾਨਾਂ ਦੀ ਚੁੱਪ ਧਾਰੀ ਹੋਈ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ। ਕਿਸਾਨ ਤਾਂ ਬਾਰ-ਬਾਰ ਇਹ ਗੱਲ ਬੋਲ ਰਹੇ ਨੇ ਵੀ MSP ਦੀ ਗਰੰਟੀ ਦਿਓ, ਤਿੰਨੇ ਖੇਤੀ ਕਾਨੂੰਨ ਰੱਦ ਕਰੋ। ਉਹ ਕਦੋਂ ਚੁੱਪ ਬੈਠੇ ਨੇ? ਚੁੱਪ ਤਾਂ ਸਰਕਾਰ ਬੈਠੀ ਹੈ ਜਿਹਨੇ ਇਹ ਕਿਹਾ ਸੀ ਵੀ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ, ਤੇ ਉਹ ਫੋਨ ਕਾਲ ਅਜੇ ਤੱਕ ਆਈ ਨਹੀਂ। ਬਿਲਕੁਲ ਸਹੀ ਗੱਲ ਆ। ਮੈਂ ਪਿਛਲੇ ਪਾਸੇ ਨਾ ਮੋਬਾਈਲ ਰੱਖਿਆ ਸੀ ਆਪਦਾ, ਹਾਂਜੀ, ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਮੇਰੇ ਤੇ ਕਿਸਾਨਾਂ ਦਰਮਿਆਨ ਇੱਕ ਫੋਨ ਕਾਲ ਦੀ ਦੂਰੀ ਹੈ। ਸ਼ਾਇਦ ਉਹਨਾਂ ਦੇ ਫੋਨ ਖਰਾਬ ਹੋ ਗਿਆ ਹੋਵੇ, ਨਹਾਉਣ ਵੇਲੇ ਬਾਲਟੀ 'ਚ ਡਿੱਗ ਪਿਆ ਹੋਵੇ, ਜਾਂ ਉਦਾਂ ਦੀ ਡਿਸਪਲੇ ਜੀ ਉੱਡ ਗਈ ਹੋਵੇ। ਆ ਮੇਰੇ ਵਾਲਾ ਲੈ ਲਓ, ਇਹਦੇ ਰਾਹੀਂ ਕਰ ਲਓ। ਵੀ ਤੁਸੀਂ ਬਹਾਨੇ ਕਿਹੋ ਜਿਹੇ ਬਣਾਉਨੇ ਆ? ਜੀ ਨਾਲੇ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਕਿਸਾਨ ਗੱਲਬਾਤ ਨਹੀਂ ਕਰ ਰਹੇ, ਤੁਸੀਂ ਕਹੋ ਵੀ ਭਾਈ ਅਸੀਂ ਲੋਕਾਂ ਨੂੰ ਸਾਰਾ ਸੱਚ ਦਿਖਾਉਣਾ ਚਾਹੁੰਦੇ, ਅਸੀਂ ਬਾਰਡਰ ਦੇ ਉੱਪਰ ਇਸ ਵਾਰ ਗੱਲ ਕਰਾਂਗੇ, ਲਾਈਵ ਕਰਾਂਗੇ, ਸਾਰੇ ਲੋਕ ਵੇਖਣਗੇ, ਉਹਦਾ ਸਿੱਧਾ ਪ੍ਰਸਾਰਣ ਕੀਤਾ ਜਾਊਗਾ ਤੇ ਤੁਸੀਂ ਵੇਖ ਲਿਓ ਕਿ ਅਸੀਂ ਕਿਹੜੀਆਂ-ਕਿਹੜੀਆਂ ਗੱਲਾਂ ਕਿਸਾਨਾਂ ਨਾਲ ਕਰਦੇ ਹਾਂ ਤੇ ਕਿਸਾਨ ਕਿਹੜੀਆਂ-ਕਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਨੇ, ਤੇ ਫਿਰ ਆਪਣੇ ਆਪ ਲੋਕਾਂ ਨੂੰ ਵੀ ਸੱਚ ਪਤਾ ਲੱਗ ਜਾਏਗਾ ਵੀ ਕੌਣ ਕਿੱਥੇ ਖੜਾ ਹੈ। ਜੀ, ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਾਣਾ। ਮੈਂ ਸੋਚਦਾ ਕਦੇ-ਕਦੇ ਵੀ ਸਰਕਾਰਾਂ ਤੋਂ ਅਸੀਂ ਕੀ ਆਸ ਰੱਖੀਏ? ਉਹ ਤਾਂ 5 ਸਾਲਾਂ ਬਾਅਦ ਸਾਡੇ ਤੱਕ ਉਹਨੂੰ ਲੋੜ ਪੈਂਦੀ ਆ, ਉਹ ਤਾਂ ਮੁੱਕਰ ਜਾਂਦੇ, ਸਾਨੂੰ ਝਕਾਨੀ ਦਿੰਦੇ ਆ। ਆ ਜਿਹੜਾ ਇਨਸਾਨ ਹਰ ਰੋਜ਼ ਬੈਠ ਕੇ ਪ੍ਰੋਗਰਾਮ ਕਰਦਾ, ਮੈਨੂੰ ਕਹਿ ਦਿੰਦਾ ਵੀ ਭਾਈ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ, ਨਾਲ ਦੀ ਨਾਲ ਸਤਿ ਸ੍ਰੀ ਅਕਾਲ ਜੀ ਕਹਿ ਕੇ, ਤੇ ਮੈਂ ਮੂੰਹ ਅੱਡਿਆ ਰਹਿ ਜਾਂਦਾ ਮੇਰਾ, ਤੇ ਫਿਰ ਹੱਸਣ ਲੱਗ ਪੈਂਦੇ ਆ। ਤੇ ਕਈਆਂ ਨੂੰ ਐ ਲੱਗਦਾ ਵੀ ਹੱਸਦੇ ਕਾਹਤੋਂ ਆ। ਮੈਨੂੰ ਕੱਲ ਇੱਕ ਸੱਜਣ ਦਾ ਫੋਨ ਆਇਆ, ਕਹਿੰਦੇ ਹੱਸਿਆ ਘੱਟ ਕਰੋ। ਮੈਂ ਕਿਹਾ ਇੱਥੇ ਮੈਂ ਮੂੜਾ ਰੱਖ ਲੈਣਾ, ਵਿਚਾਲੇ ਤੈਨੂੰ ਭਾ ਲੈਣਾ, ਤਿੰਨੇ ਪਿੱਟਾਂਗੇ। ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਮੈਂ ਤਾਂ ਤੁਹਾਨੂੰ ਇੱਕ ਤਜਰਬਾ ਦੇ ਰਹੀ ਹਾਂ ਕਿ ਝਕਾਨੀ ਸਰਕਾਰ ਕਿਵੇਂ ਦੇ ਸਕਦੀ ਆ। ਸਿੱਖੋ ਕਿਵੇਂ, ਜਿਵੇਂ ਮੈਂ ਹੁਣੇ ਦਿੱਤੀ ਸੀ। ਉਹ ਭਰਾਵਾ ਅਗਲੀ ਗੱਲ ਕਰ। ਆਪਾਂ ਹੁਣ ਗੱਲ ਕਰਦੇ ਹਾਂ ਤਾਮਿਲਨਾਡੂ ਦੀ। ਜੀ, ਤਾਮਿਲਨਾਡੂ ਤੋਂ ਇੱਕ ਬੰਦਾ
ਉਹਦੀਆਂ ਗੱਲਾਂ ਸੁਣ ਕੇ ਮੈਂ ਪ੍ਰਸੰਨਚਿਤ ਹੋ ਗਈ। ਮੈਨੂੰ ਸੱਚੀ ਇੰਨਾ ਚੰਗਾ ਲੱਗਿਆ ਨਾ। ਇਹੋ ਜਿਹੇ ਲੋਕ ਤਾਂ ਵੈਸੇ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਪਰ ਹੋਣੇ ਚਾਹੀਦੇ ਨੇ, ਕਿਉਂਕਿ ਇਹਨੇ ਲੋਕਾਂ ਨੂੰ ਸਮਝਾਉਣੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਵਾਅਦਾ ਕੀਤਾ ਹੈ, ਕਹਿੰਦੇ ਕਿ ਜੇਕਰ ਤੁਸੀਂ ਮੈਨੂੰ ਵੋਟਾਂ ਪਾ ਦਿਓ ਨਾ, ਲੋਕਾਂ ਨੂੰ ਇਹਨਾਂ ਨੇ ਕਿਹਾ, ਤੇ ਫਿਰ ਮੈਂ ਤੁਹਾਨੂੰ ਕੱਲੇ ਪਰਿਵਾਰ ਨੂੰ 1-1 ਕਰੋੜ ਰੁਪਈਆ ਦਊਂਗਾ। ਉਸ ਤੋਂ ਬਾਅਦ ਵਿੱਚ ਚੰਦ ਦੀ ਸੈਰ ਮੁਫਤ ਦੇ ਵਿੱਚ ਕਰਵਾਉਂਗਾ। ਉਸ ਤੋਂ ਬਾਅਦ ਕਹਿੰਦੇ 3-3 ਮੰਜ਼ਿਲਾ ਮਕਾਨ ਬਣਾ ਕੇ ਦਊਂਗਾ। ਫਿਰ ਕਹਿੰਦੇ 300 ਫੁੱਟ ਦਾ ਨਾ ਬਰਫ਼ ਦਾ ਇੱਕ ਪਹਾੜ ਲਿਆ ਕੇ ਤੁਹਾਡੇ ਲਾਗੇ ਰੱਖ ਦਊਂਗਾ, ਜਿਹਦੇ ਕਰਕੇ ਤੁਹਾਨੂੰ ਗਰਮੀ ਨਾ ਲੱਗੇ, ਠੰਡਾ ਅਹਿਸਾਸ ਹੁੰਦਾ ਰਹੇ। ਉਹਨੇ ਇਹ ਵੀ ਗੱਲ ਕਹੀ ਹੈ ਵੀ ਜਦੋਂ ਵੀ ਕਿਸੇ ਦੇ ਕੋਈ ਵਿਆਹ ਹੋਊਗਾ ਤੇ ਮੈਂ ਸੋਨੇ ਦੇ ਗਹਿਣੇ ਇੰਨੇ ਕਿ ਲਿਆ ਕੇ ਦੇਵਾਂਗਾ ਵੀ ਪੁੱਛੋ ਕੁਛ ਨਾ, ਤੁਹਾਨੂੰ ਮੈਂ ਕਰੋੜ ਰੁਪਈਆ ਹਰ ਘਰ ਦੇ ਵਿੱਚ ਦੇਵਾਂਗਾ। ਤੁਸੀਂ ਇਹ ਦੱਸੋ ਵੀ ਮੈਂ ਕਰਾਂ ਕੀ? ਤੁਹਾਨੂੰ ਮੈਂ ਇੱਥੇ ਨਾ ਜਿਹੜਾ ਉਹ ਰਾਕਟ ਲਾਂਚਰ ਜੇ ਹੁੰਦੇ ਜਿਹੜੇ, ਤੁਹਾਨੂੰ ਨਾ ਜਿਹੜਾ ਉਹ ਪੋਲਾਰ ਸਟੇਸ਼ਨ ਹੁੰਦਾ, ਕਹਿੰਦਾ ਮੈਂ ਇੱਥੇ ਹੀ ਬਣਾ ਕੇ ਦੇ ਦੂੰਗਾ। ਉਹ ਜਿਹੜਾ ਰਾਕਟ ਪੈਡ ਕੀ ਹੁੰਦਾ ਉਹ ਵੀ ਕਹਿੰਦਾ ਇੱਥੇ ਬਣਾ ਦੂੰਗਾ। ਤੁਸੀਂ ਚਿੰਤਾ ਨਹੀਂ ਕਰਨੀ, ਸਿਰਫ ਆਪਦੇ ਮੂੰਹ ਦੇ ਵਿੱਚੋਂ ਗੱਲ ਕੱਢਣੀ ਆ। ਹਰ ਘਰ ਦੇ ਵਿੱਚ ਇੱਕ ਹੈਲੀਕਾਪਟਰ ਲੈ ਕੇ ਦੇਊਂਗਾ। ਚਲੋ ਬਸ ਕਹਿੰਦਾ ਹੈਲੀਕਾਪਟਰ ਦੇ ਰਾਹੀਂ ਜਿੱਥੇ ਮਰਜ਼ੀ ਚਲੇ ਗਏ, ਪਰਵਾਹ ਹੀ ਕੋਈ ਨਹੀਂ। ਪੱਤਰਕਾਰਾਂ ਨੇ ਇਹਨੂੰ ਸਵਾਲ ਕੀਤਾ, ਇਹ ਆਜ਼ਾਦ ਤੌਰ ਤੇ ਉਮੀਦਵਾਰ ਖੜਾ, ਇਹਦਾ ਨਾਮ ਹੈਗਾ ਸਵਰਨਨ। ਉਹ ਕਹਿੰਦਾ ਜੀ ਕਿ ਮੈਂ ਅਸਲ ਦੇ ਵਿੱਚ ਨਾ ਆਪ 20,000 ਰੁਪਇਆ ਵਿਆਜੂ ਫੜ ਕੇ ਤੇ ਆਪਣੇ ਕਾਗਜ਼ ਦਾਖਲ ਕੀਤੇ ਆ। ਮੈਂ ਤਾਂ ਸ਼ਰਮ ਦੇਣੀ ਚਾਹੁੰਦਾ ਲੋਕਾਂ ਨੂੰ ਵੀ ਇੱਕ ਪਾਰਟੀ ਇੱਥੇ ਕਹੀ ਜਾਂਦੀ ਹੈ ਜੀ ਕਿ ਅਸੀਂ ਤਾਂ ਔਰਤਾਂ ਨੂੰ ਵਾਸ਼ਿੰਗ ਮਸ਼ੀਨਾਂ ਮੁਫਤ ਦੇ ਵਿੱਚ ਦੇਵਾਂਗੇ, ਸਾਨੂੰ ਜਿਤਾ ਦਿਓ। ਇੱਕ ਪਾਰਟੀ ਕਹੀ ਜਾਂਦੀ ਜੀ ਅਸੀਂ ਤੁਹਾਨੂੰ 15,000 ਰੁਪਇਆ ਦੇਵਾਂਗੇ, ਤੁਸੀਂ ਸਾਨੂੰ ਜਿਤਾ ਦਿਓ। ਜੇਕਰ ਤੁਸੀਂ ਇਹੋ ਜਿਹੇ ਲੋਲੀਪੌਪ ਲੈ ਕੇ ਇਹੋ ਜਿਹੇ ਵਾਅਦਿਆਂ ਦੇ ਨਾਲ ਹੀ ਵੋਟਾਂ ਪਾਉਣੀਆਂ, ਫਿਰ ਮੇਰੇ ਵਾਅਦੇ ਸਭ ਤੋਂ ਵੱਡੇ ਆ, ਮੇਰੇ ਲੋਲੀਪੌਪ ਸਭ ਤੋਂ ਵੱਡੇ ਆ। ਮੈਨੂੰ ਪਾਓ ਵੋਟਾਂ, ਮੈਨੂੰ ਜਿਤਾ ਦਿਓ। ਇਹ ਗੱਲ ਸੱਚੀ ਹੈ। ਤੇ ਸਾਡੇ ਪੰਜਾਬ 'ਚ ਵੀ ਐਂ ਹੁੰਦਾ, ਬਾਕੀ ਸਾਰੇ ਸੂਬਿਆਂ 'ਚ ਵੀ ਐਂ ਹੁੰਦਾ। ਉਹਨੇ ਅਸਲ ਦੇ ਵਿੱਚ ਸ਼ਰਮ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਵੋਟਰਾਂ ਦੀ ਮਾਨਸਿਕਤਾ ਹੀ ਜੇਕਰ ਮੁਫਤ ਦੀ ਚੀਜ਼ ਖਾਣ ਦੇ ਉੱਤੇ ਆ, ਮੁਫਤ ਦੀ ਚੀਜ਼ ਲੈਣ ਦੇ ਉੱਤੇ, ਭਾਈ ਮੈਂ ਫਿਰ ਤੁਹਾਨੂੰ ਚੰਦ ਤੇ ਲੈ ਜਾਊਂਗਾ। ਕੱਲੇ ਬੰਦੇ ਨੂੰ ਚੰਦ ਦੇ ਉੱਤੇ ਕਹਿੰਦਾ ਮਹੀਨਾ ਲਵਾ ਕੇ ਫੇਰ ਲਿਆਉਂ। ਦੇਖੋ ਜਿਹੜੇ ਮੁਲਕ ਦੇ ਵਿੱਚ ਟਾਣਾ ਸਾਹਿਬ ਕਹਿਣਾ ਨਹੀਂ ਚਾਹੀਦਾ, ਪਰ ਗੁਲਾਬੀ ਨੋਟਾਂ ਦਾ ਕਰਕੇ, ਬੱਤੇ ਵਾਲੀਆਂ ਬੋਤਲਾਂ ਦਾ ਕਰਕੇ, ਦਾਰੂ ਵਾਲੀਆਂ ਬੋਤਲਾਂ ਦਾ ਕਰਕੇ ਵੋਟਾਂ ਪੈਂਦੀਆਂ ਹੁਣ, ਉੱਥੇ ਇਹੋ ਜਿਹੀ ਸਮਝਾਉਣੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਲੋਕ ਚਾਹੇ ਜਿੰਨਾ ਮਰਜ਼ੀ ਬੋਲਦੇ ਰਹੀਏ, ਅਸੀਂ ਲੋਕ ਚਾਹੇ 5 ਸਾਲਾਂ ਦੇ ਦੌਰਾਨ ਇਹ ਗੱਲਾਂ ਕਰਦੇ ਰਹੀਏ, ਕੁਛ ਨਹੀਂ ਕੀਤਾ ਸਰਕਾਰ ਨੇ, ਤਾਂ ਕੁਛ ਵੀ ਨਹੀਂ ਕੀਤਾ, ਪਰ ਜਦੋਂ ਅਖੀਰਲਾ ਸਾਲ ਹੁੰਦਾ, 5ਵਾਂ ਸਾਲ ਹੁੰਦਾ ਹੈ, ਉਦੋਂ ਸਰਕਾਰ ਕੁਛ ਐਸਾ ਕਰਦੀ ਹੈ ਕਿ ਅਸੀਂ ਸਾਰਾ ਕੁਝ ਹੀ ਭੁੱਲ ਜਾਂਦੇ ਹਾਂ। ਸਾਡੇ ਵਧੀਆ ਹੱਡ ਪੈਰ ਚੱਲਦੇ ਹੁੰਦੇ ਆ, ਸਾਨੂੰ ਮੁਫਤ ਦੇ ਵਿੱਚ ਕਣਕ ਚਾਹੀਦੀ ਆ। ਜਿਹੜੇ ਲੋਕ ਤਾਂ ਲੋੜਵੰਦ ਆ ਉਹਨਾਂ ਨਾਲੋਂ ਵੱਧ ਉਹ ਲੋਕ ਲੈ ਜਾਂਦੇ ਜਿਨ੍ਹਾਂ ਦੇ ਘਰੇ ਸਾਰਾ ਕੁਝ ਹੁੰਦਾ। ਕਈ ਲੋਕਾਂ ਨੇ ਬੁਢਾਪਾ ਪੈਨਸ਼ਨ ਉਹਨਾਂ ਦੀ ਵੀ ਲਵਾਈ ਹੋਈ ਆ, ਜਿਨ੍ਹਾਂ ਦੇ ਘਰੇ 3-3 ਗੱਡੀਆਂ ਖੜੀਆਂ, ਜਿਨ੍ਹਾਂ ਦੇ 3-3 ਮੰਜ਼ਲੀ ਕੋਠੀਆਂ, ਜਿਨ੍ਹਾਂ ਦੇ ਘਰ ਦੇ ਵਿੱਚ 2 ਧੀਆਂ ਪੁੱਤ ਆ, ਜਿਹੜੇ ਉਹ ਜਾਂ ਨੂੰਹ ਦੀ ਜਾਂ ਪੋਤੇ ਦੀ ਤਨਖਾਹ ਵੀ ਆਉਂਦੀ ਆ, ਪਰ ਫਿਰ ਵੀ ਕਿਉਂਕਿ ਅਸਰ ਰਸੂਖ ਦੇ ਨਾਲ ਪੈਨਸ਼ਨਾਂ ਲੱਗ ਜਾਂਦੀਆਂ। ਕਈ ਲੋਕ ਆ ਜਿਹੜੇ ਲੋੜਵੰਦ, ਉਹ ਵਿਚਾਰੇ ਤਰਸੀ ਜਾਂਦੇ ਵੀ ਸਾਡੀ ਪੈਨਸ਼ਨ ਕਦੋਂ ਲੱਗੂਗੀ। ਇਹ ਇੱਥੇ ਬਹੁਤ ਕੁਝ ਚੱਲ ਰਿਹਾ ਜਿਹੜਾ ਕਿ ਗਲਤ ਆ। ਲੋਕ ਮੁਫਤ ਦੇ ਵਿੱਚ ਜ਼ਹਿਰ ਨਹੀਂ ਛੱਡਦੇਗੇ। ਮੈਂ ਤਾਂ ਦੁਖੀ ਹੁੰਨਾ ਕਦੇ ਵੀ ਆ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਸਮੋਸਿਆਂ ਪਿੱਛੇ ਪੱਗਾਂ ਲਾਈ ਜਾਂਦੇ ਆ, ਕਚੋਰੀਆਂ ਪਿੱਛੇ ਲੀੜੇ ਪਾੜੀ ਜਾਂਦੇ ਆ। ਜੀ ਆ ਲੱਡੂਆਂ ਕਰਕੇ ਕਿੰਨੀਆਂ ਲੜਾਈਆਂ ਹੋਈਆਂ, ਆ ਪੂੜੀਆਂ ਕਰਕੇ ਕਿੰਨੀਆਂ ਲੜਾਈਆਂ ਹੋਈਆਂ, ਆਪਾਂ ਵੇਖਿਆ ਹੀ ਨੇ। ਲੋਕ ਤਾਂ ਮਤਲਬ ਉੱਥੇ ਸਾਰਾ ਕੁਝ ਭੁੱਲ ਹੀ ਜਾਂਦੇ ਨੇ ਕਿ ਕੀ ਹੋਇਆ ਸੀ, ਕੀ ਹੋਣਾ ਚਾਹੀਦਾ ਹੈ। ਉਹਨਾਂ ਨੂੰ ਹੁੰਦਾ ਵੀ ਇਸ ਵੇਲੇ ਬਸ ਖਾ ਲਓ, ਮੁੜ ਕੇ ਪਤਾ ਨਹੀਂ ਜਿੰਦਾ ਰਹਿਣਾ ਜਾਂ ਨਹੀਂ ਰਹਿਣਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਤੁਸੀਂ ਬੁਢਾਪਾ ਪੈਨਸ਼ਨ ਦੀ ਗੱਲ ਕਰ ਰਹੇ ਸੀ ਕਿ ਲੋੜਵੰਦਾਂ ਤੱਕ ਬਹੁਤੀ ਵਾਰ ਇਹ ਪੈਨਸ਼ਨ ਜਿਹੜੀ ਉਹ ਪਹੁੰਚ ਨਹੀਂ ਪਾਉਂਦੀ ਹੈ ਨਾ। ਚਾਹੇ ਆਪਾਂ ਸ਼ਗਨ ਸਕੀਮ ਦੀ ਗੱਲ ਕਰ ਲਈਏ, ਚਾਹੇ ਬੁਢਾਪਾ ਪੈਨਸ਼ਨ ਦੀ ਗੱਲ ਕਰ ਲਈਏ, ਚਾਹੇ ਹੋਰ ਗੱਲਾਂ ਦੀ ਗੱਲ ਕਰ ਲਈਏ, ਕਿਸੇ ਵੀ ਸੂਬੇ ਦੇ ਵਿੱਚ ਕੀਤੇ ਗਏ ਕਿਸੇ ਵੀ ਵਾਅਦੇ ਦੀ ਗੱਲ ਕਰ ਲਈਏ ਜੀ। ਪਰ ਹਨਾ ਇਹ ਚਲੋ ਇਹ ਤਾਂ ਉਹ ਵਾਅਦੇ ਹੋ ਗਏ ਜਿਹੜੇ ਆਮ ਲੋਕਾਂ ਨਾਲ ਕੀਤੇ ਜਾਂਦੇ ਨੇ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਕਿੰਨੇ ਸਾਲ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਗੁਜ਼ਾਰੇ ਨੇ, ਪਰ ਉਹਨਾਂ ਨੂੰ ਵੀ ਪੈਨਸ਼ਨ ਲੈਣ ਦੇ ਵਿੱਚ ਕਈ ਵਾਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਥਿਤੀ ਹੋ ਗਈ ਆਪਣੇ ਮੁਲਕ ਦੀ। ਪਰ ਪੋਲੈਂਡ ਇੱਕ ਖਬਰ ਸਾਹਮਣੇ ਆਈ ਹੈ ਜਿਹਨੇ ਮੈਨੂੰ ਹੈਰਾਨ ਹੀ ਕਰ ਦਿੱਤਾ। ਪੋਲੈਂਡ ਦੇ ਵਿੱਚ ਨਾ ਉੱਥੇ ਦੀ ਜਿਹੜੀ ਸਰਕਾਰ ਹੈ ਉਹ ਇੱਕ ਕਾਨੂੰਨ ਲਿਆਉਣ ਜਾ ਰਹੀ ਹੈ। ਉਹਨਾਂ ਨੇ ਹੁਣ ਜਿਹੜਾ ਬਿੱਲ ਹੈ ਉਹ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿ ਜਿੰਨੇ ਵੀ ਪੁਲਿਸ ਤੋਂ ਜਾਂ ਫਿਰ ਬਾਰਡਰ ਗਾਰਡ ਤੋਂ ਜਾਂ ਫਾਇਰ ਦੇ ਨਾਲ ਜੁੜੇ ਹੋਏ ਜਿੰਨੇ ਵੀ ਕੁੱਤੇ, ਅੱਗ ਬੁਝਾਊ ਦਸਤੇ ਜੀ, ਕੁੱਤੇ ਜਾਂ ਘੋੜੇ ਨੇ ਜਿਹੜੇ ਕਿ ਇਹਨਾਂ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਨੇ, ਜਦੋਂ ਉਹ ਸੇਵਾ ਮੁਕਤ ਹੋ ਜਾਣਗੇ ਤਾਂ ਉਹਨਾਂ ਦੀ ਪੈਨਸ਼ਨ ਲਾਈ ਜਾਊਗੀ। ਤੇ ਵਧੀਆ ਗੱਲ ਆ ਜੀ। ਸਾਡੇ ਭਾਰਤ ਦੀ ਸਰਕਾਰ ਤਾਂ ਵੱਲੇ ਕੰਮ ਕਰਦੀ ਆ, ਕਹਿੰਦੀ ਪੈਨਸ਼ਨ ਰਹਿਣੀ ਨਹੀਂ ਰਹਿਣੀ। ਪੈਨਸ਼ਨ ਇੱਥੇ ਭਾਰਤ ਦੇ ਵਿੱਚ ਰਹਿਣੀ ਸਿਰਫ ਨੇਤਾਵਾਂ ਦੀ। ਇੱਕ ਵਾਰੀ ਜਿੱਤ ਗਏ 5 ਸਾਲ ਦੇ ਲਈ, ਉਸ ਤੋਂ ਬਾਅਦ ਸਾਰੀ ਉਮਰ ਉਹਨਾਂ ਨੂੰ ਪੈਨਸ਼ਨ ਮਿਲਣੀ ਆ, ਸਾਰੀ ਉਮਰ ਉਹਨਾਂ ਨੂੰ ਸਹੂਲਤਾਂ ਮਿਲਣੀਆਂ। ਜਿਹਨੇ 58 ਸਾਲ ਤੱਕ
ਆਪਦੀਆਂ ਜੁੱਤੀਆਂ ਘਸਾਈਆਂ, ਜਿਹਦੇ ਸਿਰ ਦੇ ਵਾਲ ਉੱਡ ਗਏ, ਜਿਹਨੇ ਦਿਨ ਰਾਤ ਕੰਮ ਕੀਤਾ, ਉਹਨੂੰ ਪੈਨਸ਼ਨ ਥੋੜੀ ਮਿਲਣੀ ਆਉਂਦੇ ਸਮੇਂ 'ਚ। ਕਹਿੰਦੇ ਜੀ ਨਹੀਂ, ਹਮਨੇ ਇੱਕ ਨया ਕਾਨੂੰਨ ਲਾ ਦੇਣਾ ਹੈ। ਇਹਦੇ ਨਾਲੋਂ ਤਾਂ ਪੋਲੈਂਡ ਦੇ ਵਿੱਚ ਘੋੜੇ ਤੇ ਕੁੱਤੇ ਜਿਹੜੇ ਉਹਨਾਂ ਦੀਆਂ ਪੈਨਸ਼ਨਾਂ ਲਾਉਣ ਨੂੰ ਫਿਰਦੇ ਆ, ਸਾਡੇ ਦੇਸ਼ ਦੇ ਵਿੱਚ ਬੰਦਿਆਂ ਦੀਆਂ ਕੱਟ ਦੇਣੀਆਂ। ਜੀ ਬਿਲਕੁਲ, ਮੈਂ ਤਾਂ ਇਹ ਹੈਰਾਨ ਆ ਕਿ ਲੀਡਰ ਤਾਂ ਜਿਹੜੇ ਨੇ ਉਹਨਾਂ ਦੀਆਂ ਤਾਂ 5-5 6-6 7-7 ਪੈਨਸ਼ਨਾਂ ਵੀ ਚੱਲ ਰਹੀਆਂ ਨੇ, ਤੇ ਆਮ ਬੰਦਾ ਜਿਹੜਾ ਉਹ ਇੱਕ ਪੈਨਸ਼ਨ ਲੈਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ। ਮੈਂ ਤਾਂ ਹੈਰਾਨ ਆ ਵੀ ਇੰਨੇ ਬੇਗੈਰਤ ਵੀ ਆਪਦੀ ਕੋਈ ਸਵੈ ਇੱਛਾ ਵੀ ਹੁੰਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨਾ ਪ੍ਰਚਾਰ ਕੀਤਾ, ਕਹਿੰਦੇ ਜੀ ਕਿ ਆਪਣੀ ਸਵੈ ਇੱਛਾ के साथ सिलेंडर की सब्सिडी छोड़ दीजिएगा। जिन्हें भी छड्डनी सी घट जा वध छड्डी होगी, पर हुण उन्होंने सारिਆਂ ਦੀ ਆਪੇ ਛਡਾਤੀ। ਹੁਣ ਜਦੋਂ 17 ਰੁਪਏ ਆਉਂਦੇ, ਕਿਸੇ ਨੂੰ 23 ਆਉਂਦੇ, ਕਿਸੇ ਨੂੰ 12 ਆਉਂਦੇ ਆ। ਹੁਣ ਦੱਸੋ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ? ਨਾਲੇ ਬਹੁਤ ਵੱਡੇ ਲੀਡਰ ਵੀ ਇਹੋ ਜਿਹੇ ਸੀ ਜਿਨ੍ਹਾਂ ਨਾਲ ਜੁੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਆਮ ਲੋਕਾਂ ਨੇ ਤਾਂ ਸਬਸਿਡੀ ਛੱਡ ਦਿੱਤੀ, ਫਿਰ ਵੀ ਇਹਨਾਂ ਲੀਡਰਾਂ ਨੇ ਛੱਡੀ ਹੋਈ ਨਹੀਂ ਸੀ। ਇਹ ਕਹਿੰਦੇ ਸੀ ਨਾ ਕਿ ਅਸੀਂ ਬਿਜਲੀ ਦਾ ਬਿੱਲ ਆ ਜਿਹੜਾ, ਮੋਟਰਾਂ ਦਾ ਬਿੱਲ ਆ ਜਿਹੜਾ, ਉਹਦੀ ਸਬਸਿਡੀ ਤੁਹਾਡੇ ਖਾਤੇ 'ਚ ਪਾਵਾਂਗੇ। ਇਹ ਵੀ ਉਵੇਂ ਹੀ ਪੈਣੀ ਸੀ ਜਿਵੇਂ ਸਿਲੰਡਰਾਂ ਵਾਲੀ ਪੈ ਰਹੀ ਆ। ਪਤਾ ਲੱਗਣਾ ਸੀ ਬਿੱਲ ਆਪਾਂ 5000 ਜਮ੍ਹਾਂ ਕਰਵਾਇਆ, ਵਿੱਚ ਇਹਦੇ 13 ਰੁਪਏ ਆਏ ਆ ਖਾਤੇ 'ਚ। ਇਸੇ ਕਰਕੇ ਉਹ ਖੇਤੀ ਕਾਨੂੰਨ ਆ ਜਿਹੜੇ ਉਹਦੇ ਉੱਤੇ ਅੜੇ ਹੋਏ ਆ ਕਿਸਾਨ ਰੱਦ ਕਰਵਾਉਣ ਦੇ ਲਈ। ਇਸੇ ਕਰਕੇ ਕਿਸਾਨਾਂ ਨੇ ਦਬਾਅ ਬਣਾਇਆ ਵੀ ਜਿਹੜਾ ਬਿਜਲੀ ਬਿੱਲ ਆ ਨਾ ਸੋਧ ਵਾਲਾ, ਉਹਨੂੰ ਅਸੀਂ ਬਿਲਕੁਲ ਨਾ ਮਨਜ਼ੂਰ ਕਰਦੇ ਆ। ਜੀ ਬਿਲਕੁਲ। ਸੋ ਗੱਲ ਇਹ ਹੈ ਕਿ ਦੂਜੇ ਮੁਲਕਾਂ ਤੋਂ ਕੁਝ ਸਿੱਖਣਾ ਚਾਹੀਦਾ, ਜੋ ਕਿ ਨਾ ਹਰ ਬੰਦਾ ਇਹ ਹੁੰਦਾ ਨਾ ਵੀ ਜਿੱਦਾਂ ਆਪਾਂ ਵੀ ਆ ਟਾਣਾ ਸਾਹਿਬ, ਆਪਾਂ ਕਿਸੇ ਬਾਹਰਲੇ ਮੁਲਕ 'ਚ ਜਾਈਏ, ਬੰਦਾ ਕਹਿੰਦਾ ਵੀ ਸਾਡੇ ਮੁਲਕ 'ਚ ਵੀ ਜੇ ਆਹ ਚੀਜ਼ ਹੋ ਜਾਏ ਕਿੰਨੀ ਚੰਗੀ ਲੱਗੇ। ਇੱਥੇ ਦੇਖੋ ਆਹ ਪ੍ਰਬੰਧ ਨੇ ਆਪਣੇ ਮੁਲਕ ਦੇ ਵਿੱਚ ਵੀ ਹੋਣੇ ਚਾਹੀਦੇ ਨੇ, ਪਰ ਸਾਡੇ ਲੀਡਰ ਪੂਰੀ ਦੁਨੀਆ ਘੁੰਮਦੇ ਨੇ, ਇਹਨਾਂ ਦੇ ਦਿਲ 'ਚ ਨਹੀਂ ਆਉਂਦਾ ਵੀ ਸਾਰੀ ਦੁਨੀਆ 'ਚ ਪ੍ਰਬੰਧ ਮੈਨੂੰ ਕਦੇ ਇਉਂ ਲੱਗਦਾ ਵੀ ਜਿਹੜੇ ਸਾਡੇ ਲੀਡਰ ਆ ਨਾ, ਇਹਨਾਂ ਵਰਗੇ ਹੀ ਇਹਨਾਂ ਦੇ ਚਾਪਲੂਸ ਆ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ। ਉਹ ਉਹਨਾਂ ਨੂੰ ਅਸਲ ਦੁਨੀਆਦਾਰੀ ਦਿਖਾਉਂਦੇ ਹੀ ਨਹੀਂ। ਉਹ ਕਹਿ ਦਿੰਦੇ ਵੀ ਤੁਹਾਡਾ ਅਸੀਂ ਇੱਥੇ ਵਿੰਗ ਫਿੱਟ ਕਰ ਦਿੰਨੇ ਆ, ਤੁਹਾਡੀ ਇੱਕ ਇਕਾਈ ਇੱਥੇ ਬਣਾ ਦਿੰਨੇ ਆ। ਕਦੇ ਇਉਂ ਨਹੀਂ ਕਹਿੰਦੇ ਵੀ ਜਿਹੜਾ ਦੇਸ਼ ਸਾਨੂੰ ਇਸ ਵਕਤ ਚੱਲ ਰਿਹਾ, ਜਿੱਥੇ ਅਸੀਂ ਰਹਿ ਰਹੇ ਆ, ਜਿੱਥੇ ਸਹੂਲਤਾਂ ਮਾਣ ਰਹੇ ਆ, ਇਹਦੇ ਵਰਗਾ ਉਹ ਬਣਾਈਏ ਜਿੱਥੋਂ ਅਸੀਂ ਚੱਲ ਕੇ ਆਏ ਆ। ਉਹਨੂੰ ਇਹੋ ਜਿਹਾ ਬਣਾਉਣ ਨੂੰ ਫਿਰਦੇ ਜਿੱਥੋਂ ਗਏ ਆ। ਜੀ ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਜੇ ਆਮ ਪਿੰਡਾਂ ਥਾਵਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਵੀ ਪਤਾ ਹੈ, ਜਿਹੜੇ ਵਿਚਾਰੇ ਕਦੇ ਵੀ ਨਹੀਂ ਵਿਦੇਸ਼ੀ ਧਰਤੀ ਤੇ ਗਏ, ਆਲੇ ਦੁਆਲੇ ਉਹ ਸੁਣ ਕੇ ਹੀ ਗੱਲਾਂ ਕਰਦੇ ਆ ਵੀ ਉੱਥੇ ਤਾਂ ਸਫਾਈ ਬਹੁਤ ਹੈ, ਉੱਥੇ ਤਾਂ ਆਹ ਕੰਮ ਬਹੁਤ ਵਧੀਆ, ਉੱਥੇ ਸਰਕਾਰਾਂ ਸਾਰ ਬਹੁਤ ਲੈਂਦੀਆਂ। ਜੇ ਉਹਨਾਂ ਨੂੰ ਘਰੇ ਬੈਠਿਆਂ ਨੂੰ ਇਹ ਸਭ ਕੁਝ ਪਤਾ ਹੈ ਤੇ ਫਿਰ ਇਹਨਾਂ ਨੇ ਪਤਾ ਨਹੀਂ ਕਿਹੜੀਆਂ ਐਨਕਾਂ ਲਾਈਆਂ ਜਿਹੜੀਆਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦੀਆਂ। ਉੱਥੇ ਸਫਾਈ ਬਹੁਤ ਹੈ, ਇੱਥੇ ਸਫਾਇਆ ਬਹੁਤ ਆ। ਬਿਲਕੁਲ ਸਫਾ ਚੱਟ ਕਰਤਾ ਸਾਰਾ ਕੁਝ ਨਹੀਂ ਛੱਡਿਆ। ਪੁਲ ਵੀ ਖਾ ਲੇ, ਸੜਕਾਂ ਵੀ ਖਾ ਲੀਆਂ, ਲੋਕਾਂ ਦੀ ਜੇਬ 'ਚ ਕੱਖ ਰਹਿਣ ਨਹੀਂ ਦੇਣਾਗਾ। ਤੇ ਫਿਰ ਇਹ ਵੀ ਗੱਲ ਕਹਿਣੀ ਆ ਆਪਣਾ ਰਾਜ ਸਭ ਤੋਂ ਚੰਗਾ, ਸਾਡੇ ਰਾਜ ਦੇ ਵਿੱਚ ਇਉਂ ਹੋਇਆ, ਸਾਡੇ ਰਾਜ ਦੇ ਵਿੱਚ ਇਉਂ ਹੋਇਆ। ਤੇ ਜਿਹਨੇ ਕੁਝ ਕੀਤਾ ਹੁੰਦਾ ਨਾ, ਉਹਨੂੰ ਇੱਕ ਇੱਕ ਸਫੇ ਦਾ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਪੈਂਦੀ। ਬਿਲਕੁਲ, ਉਹ ਵੀ ਪਹਿਲੇ ਪੇਜ ਦਾ। ਬਿਲਕੁਲ, ਉਹਨੂੰ ਚੈਨਲਾਂ ਦੇ ਉੱਤੇ ਆਪਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ। ਦੁਨੀਆ ਦੇ ਵਿੱਚ ਕਿੰਨੇ ਦੇਸ਼ ਇਹੋ ਜਿਹੇ ਵੀ ਜਿੱਥੇ ਕੋਈ ਪ੍ਰਚਾਰ ਨਹੀਂ ਹੁੰਦਾਗਾ, ਉੱਥੇ ਲੋਕ ਆਪੇ ਆਪਦੀ ਬੌਧਿਕਤਾ ਦੇ ਨਾਲ, ਆਪਣੀ ਬੁੱਧੀ ਦੇ ਨਾਲ, ਆਪਣੀ ਸਮਝ ਦੇ ਨਾਲ ਵੋਟ ਪਾਉਂਦੇ ਆ। ਔਰ ਸਭ ਤੋਂ ਵੱਡੀ ਚੀਜ਼ ਇਹ ਤਾਂ ਇਸ਼ਤਿਹਾਰ ਲਵਾਉਣ ਲੱਗਿਆਂ ਵੀ ਨਹੀਂ ਸੋਚਦੇ। ਸਰਕਾਰ ਹਰਿਆਣੇ ਦੀ ਇਸ਼ਤਿਹਾਰ ਪੰਜਾਬ 'ਚ ਲਵਾਏ ਹੋਏ ਨੇ ਵੀ ਆਹ ਵੇਖੋ ਜੀ ਅਸੀਂ ਕੀ ਕੁਝ ਕੀਤਾ। ਬਸ ਇਹੀ ਗੱਲ ਆ। ਹੈਰਾਨੀ ਹੁੰਦੀ ਆ ਵੀ ਲੋਕ ਤਾਂ ਤੁਹਾਨੂੰ ਭਾਜੜਾ ਪਾਉਂਦੇ ਆ ਵੀ ਮੂਰੇ ਭੱਜਦੇ, ਕੰਧਾਂ ਟੱਪ ਕੇ ਤੁਸੀਂ ਜਾਂਦੇ ਆ ਤੇ ਕੰਧ ਟੱਪ ਕੇ ਫਿਰ ਕਹਿ ਰਹੇ ਨੇ ਤਿੰਨੇ ਖੇਤੀ ਕਾਨੂੰਨ ਵਧੀਆ ਹਨ। ਕਹਿੰਦਾ ਮੂਰੇ ਖੜ ਕੇ ਕਹੋ। ਚੱਜ ਦਾ ਵਿਚਾਰ। ਟਾਣਾ ਸਾਹਿਬ, ਹਾਂਜੀ, ਨਿੱਕੇ ਹੁੰਦੇ ਸੀ ਨਾ ਜਦੋਂ, ਕਿਤੇ ਘਰਦਿਆਂ ਦੇ ਕੋਈ ਚੀਜ਼ ਮੰਗਣ ਲੱਗਿਆ ਵੀ ਡਰ ਲੱਗਦਾ ਸੀ। ਪਤਾ ਨਹੀਂ ਸੀ ਹੁੰਦਾ ਵੀ ਚੀਜ਼ ਮਿਲਣੀ ਕਿ ਥਪੇੜਾ। ਰੁਪਈਆ ਮਿਲ ਜਾਣਾ ਨਾ, 1 ਰੁਪਈਆ, ਤੇ ਲੁੱਡੀਆਂ ਪਾਉਂਦੇ ਫਿਰਨਾ ਵੀ ਅੱਜ ਟੌਫੀਆਂ ਖਾਵਾਂਗੇ, ਅੱਜ ਮਖਾਣੇ ਲੈ ਕੇ ਆਵਾਂਗੇ, ਅੱਜ ਖਿੱਲਾਂ ਲੈ ਕੇ ਆਵਾਂਗੇ। ਉਦੋਂ ਥੋੜੀ ਪਤਾ ਹੁੰਦਾ ਸੀ ਪੌਪਕਾਰਨ ਕੀ ਹੁੰਦੇ ਆ। ਜੇ ਕਿਤੇ ਪਾਂ ਪੂੰ ਗਲੀ ਦੇ ਵਿੱਚ ਐ ਵੱਜਣਾ, ਨੇਰੀ ਠਾ ਜਾਣੀ ਗਲੀ ਦੇ ਵੱਲ ਵੀ ਕੁਲਫੀ ਵਾਲਾ ਆ ਗਿਆ। ਉਹਨੇ ਵੀ ਕਣਕ ਦੀ ਕੌਲੀ ਦੇ ਬਦਲੇ ਕੁਲਫੀ ਦੇ ਦੇਣੀ ਤੇ ਲੁੱਡੀਆਂ ਪਾਉਣੀਆਂ ਜੀ, ਕੁਲਫੀ ਚੂਸੀ ਜਾਣੀ, ਕੁਲਫੀ ਨਾਲੋਂ ਵੱਧ ਲਾਲ ਜੀਭ ਹੋਣੀ। ਮੈਨੂੰ ਯਾਦ ਹੈ ਟਾਣਾ ਸਾਹਿਬ, ਨਿੱਕੀ ਜੀ ਹੁੰਦੀ ਸੀ ਨਾ ਤੇ ਸਾਡੇ ਘਰ ਦੇ ਬਾਹਰ ਹਰ ਰੋਜ਼ ਇੱਕ ਕੁਲਫੀ ਵਾਲਾ ਭਾਈ ਆਉਂਦਾ ਹੁੰਦਾ ਸੀ। ਪੱਕਾ ਹੀ ਸੀ, ਉਹਨੇ ਰੋਜ਼ ਆਉਣਾ। ਉਹਨੂੰ ਪਤਾ ਸੀ ਵੀ ਇਸ ਘਰ 'ਚ ਨਿਆਣੇ ਬਹੁਤ ਨੇ, ਕਿਉਂਕਿ ਇਕੱਠਾ ਸੰਯੁਕਤ ਪਰਿਵਾਰ ਸੀ ਸਾਡਾ, ਹਨਾ, ਸਾਂਝਾ ਪਰਿਵਾਰ ਸੀ। ਤੇ ਇਸ ਲਈ ਉਹਨੂੰ ਪਤਾ ਸੀ ਵੀ ਇੱਥੇ ਬੱਚੇ ਨੇ, ਤੇ ਉਹਨੇ ਬਾਹਰ ਆ ਕੇ ਰੋਜ਼ ਪਾਂਪੂ ਵਜਾਉਣੀ, ਹਨਾ। ਅਸੀਂ ਸਾਰਿਆਂ ਨੇ ਉਹਦੀ ਰੇਹੜੀ ਤੇ ਚੜ ਕੇ ਬਹਿ ਜਾਣਾ। ਤੇ ਉਸ ਤੋਂ ਬਾਅਦ ਵਿੱਚ ਜਦੋਂ ਉਹਨੇ ਕੁਲਫੀਆਂ ਦੇਣੀਆਂ, ਹਨਾ, ਤੇ ਐ ਲੱਗਦਾ ਸੀ ਵੀ ਸਾਡੇ ਤੋਂ ਅਮੀਰ ਕੌਣ ਆ। ਮੈਨੂੰ ਯਾਦ ਆ ਇੱਕ ਚਾਕਲੇਟ ਵਾਲੀ ਕੁਲਫੀ ਆਉਂਦੀ ਹੁੰਦੀ ਸੀ 7 ਰੁਪਏ ਦੀ, ਹਨਾ। ਤੇ ਪਹਿਲਾਂ ਤਾਂ ਮਤਲਬ ਪੂਰਾ ਮਹੀਨਾ ਲਾ ਕੇ ਰੁਪਈਆ ਕਰਕੇ, ਕਿਉਂਕਿ ਘਰ ਦੇ ਕਿਹੜਾ ਇੰਨੇ ਪੈਸੇ ਦਿੰਦੇ ਹੁੰਦੇ ਸੀ ਨਾ ਉਹ ਜੋੜਨੇ। ਤੇ ਜਦੋਂ ਕਿਤੇ ਕੁਲਫੀ ਲੈਣ ਲੱਗਣੀ ਜਾਂ ਉਹ ਕੁਲਫੀ ਲੈਣੀ ਤਾਂ ਐ ਲੱਗਦਾ ਸੀ ਵੀ ਸਾਡੇ ਤੋਂ ਅਮੀਰ ਕੌਣ ਆ ਵੀ 70 ਰੁਪਈਆਂ ਵਾਲੀ ਕੁਲਫੀ ਖਾ ਲਈ। 70 ਵਾਲੀ ਕੁਲਫੀ ਖਾ ਲਈ ਤੁਸੀਂ। ਸ਼ੁਰੂ ਤੋਂ ਹੀ ਖਾਣ ਪੀਣ ਦੇ ਆਦੀ ਕਾਫੀ ਆ। ਰੁਪਈਆ ਜੋੜਦਾ, ਜਿੱਦੇ 7 ਹੋ ਗਏ ਕੁਲਫੀ ਤੇ ਚੱਕ ਦੇਣੇ। ਹਨਾ, ਮਤਲਬ ਇਹ ਮੈਨੂੰ
ਯਾਦ ਹੈ ਕਿ ਜੇ ਕਿਤੇ ਕੋਈ ਪਤਾ ਹੁੰਦਾ ਸੀ ਵੀ ਜੇ ਵਾਧੂ ਚੀਜ਼ ਮੰਗ ਲਈ ਤਾਂ ਚਪੇੜ ਪੈ ਜਾਣੀ ਆ ਹਨਾ ਵੀ ਨਹੀਂ ਖਾ ਸਕਦੇ, ਪਰ ਅੱਜ ਕੱਲ ਦੇ ਬੱਚੇ ਅਲੱਗ ਤਰ੍ਹਾਂ ਦੇ ਨੇ। ਅੱਜ ਕੱਲ ਤਾਂ ਨਿਆਣਾ ਵਿਰਦਾ ਹੀ ਨਹੀਂਗਾ, ਜੇ ਉਹ 100-200 ਚ ਤਾਂ ਵਿਰਦਾ ਨਹੀਂ। ਨਾ। ਉਹਦੀਆਂ ਮੰਗਾਂ ਹੁੰਦੀਆਂ, ਮੈਨੂੰ ਟੈਬਲੇਟ ਲੈ ਕੇ ਦਿਓ, ਮੈਨੂੰ ਮੈਕਡੀ ਲੈ ਕੇ ਚੱਲੋ, ਮੈਨੂੰ ਮੈਕਡੀ ਲੈ ਕੇ ਚੱਲੋ, ਮੈਨੂੰ ਉਧਰਲਾ ਪੀਜ਼ਾ ਖਾਊਂਗਾ, ਮੈਂ ਆਹ ਚੀਜ਼ ਖਾਣੀ ਨਹੀਂ, ਮੈਨੂੰ ਕਾਰਟੂਨ ਹੁਣੇ ਲਾ ਕੇ ਦਿਓ, ਮੇਰੇ ਲਈ ਵੱਖਰਾ ਮੋਬਾਈਲ ਹੋਵੇ, ਮੈਂ ਕਾਰਟੂਨ ਵੇਖਣੇ ਆ। ਜੀ ਬਿਲਕੁਲ। ਸਾਨੂੰ ਤਾਂ ਪਤਾ ਨਹੀਂ ਸੀ ਹੁੰਦਾ ਸੀ ਵੀ ਕਾਰਟੂਨ ਕੀ ਹੁੰਦੇ ਆ। ਸਾਨੂੰ ਤਾਂ ਘਰਦਿਆਂ ਨੇ ਨਵਾ ਕੇ ਪਤਾ ਕਰਨਾ ਵੀ ਸਾਡੇ ਵਾਲਾ ਹੀ ਹੈ। ਐਤਵਾਰ ਦਾ ਦਿਨ ਬਣੇ ਹੋਣਾ ਸੀ ਜੀ, ਐਤਵਾਰ ਦਾ ਦਿਨ ਹੋਣਾ, ਟੀਵੀ ਇੱਕੋ ਹੀ ਹੁੰਦਾ ਸੀ ਘਰ ਦੇ ਵਿੱਚ, ਉਹ ਟੀਵੀ ਲਗਾ ਦੇਣਾ ਤੇ ਸਾਰੇ ਵਾਰੋ-ਵਾਰੀ ਨਵਾ ਕੇ ਤੇ ਉਹਦੇ ਮੂਹਰੇ ਬਿਠਾਈ ਜਾਣੇ ਤੇ ਮਹਾਭਾਰਤ ਦੇਖ ਲਓ ਤੇ ਸ਼ਕਤੀਮਾਨ ਵੇਖ ਲਓ ਤੇ ਆਹ ਵੇਖ ਲਓ ਤੇ ਉਹ ਵੇਖ ਲਓ। ਉਦੋਂ ਬਾਅਦ ਤਾਂ ਪਤਾ ਹੀ ਨਹੀਂ ਸੀ ਹੁੰਦਾ ਵੀ ਨਿਆਣਾ ਗਵਾਂਢੀਆਂ ਦੇ ਘਰੇ ਆ ਕਿ ਕਿਸੇ ਹੋਰ ਦੇ ਘਰੇ। ਸਾਡਾ ਗਵਾਂਢੀ ਉਹ ਨਾ ਸ਼ਕਤੀਮਾਨ ਬਣਿਆ ਆਪਦੇ ਵੱਲੋਂ, ਉਹਨੂੰ ਘਰਦਿਆਂ ਨੇ ਕਿਹਾ ਸੀ ਵੀ ਸਕੂਲ ਦਾ ਕੰਮ ਕਰ ਲਾ, ਉਹ ਕੰਨ ਤੇ ਖੜੇ ਸ਼ਕਤੀਮਾਨ ਕਰੇ, ਉਹਦੀ ਮਾਂ ਦਾ ਵੇਲਣਾ ਆਇਆ ਮਗਰੋਂ। ਮੈਂ ਕਿਹਾ ਉੱਡ ਹੁਣ ਵੀ ਅਸੀਂ ਉਹਨੂੰ ਛੇੜਦੇ ਆ, ਕਿਵੇਂ ਬੇਬੇ ਲੜ ਆਇਆ ਸੀ ਕਿ ਨਹੀਂ। ਉਹ ਵੀ ਦਿਨ ਹੋਰ ਤਰ੍ਹਾਂ ਦੇ ਹੁੰਦੇ ਸੀ। ਮੈਂ ਕੱਲ ਇੱਕ ਵੀਡੀਓ ਵੇਖੀ, ਸੱਚੀ ਬਚਪਨ ਚੇਤੇ ਆ ਗਿਆ। ਉਹ ਇੱਕ ਰੋਕਾ ਉਹਦੀ ਟਾਹਣੀ ਕਿੱਡੀ ਸਾਰੀ ਹੈ ਨਾ, ਨਿਆਣੇ ਆਲੇ ਦੁਆਲੇ ਖੜੇ ਨੇ ਤੇ ਉਹ ਟਾਹਣੀ ਤੇ ਨਾ ਐ ਝੂਟੇ ਲਈ ਜਾਂਦੇ ਇੰਨੀ ਦੇਰ ਨੂੰ। ਪਹਿਲਾਂ 2 ਜਣੇ ਆ ਹਨਾ ਟਾਹਣੀ ਤੇ, ਮੁੜ ਕੇ ਇੱਕ ਵਿਚਾਰਾ ਮਾੜ ਚੂ ਜਾਏ ਤੇ ਦੂਜਾ ਜਿਹੜਾ ਭਾਰਾ ਵਾਲਾ ਉੱਤਰ ਜਾਂਦਾ ਤੇ ਟਾਹਣੀ ਤੋਂ ਆ ਖੇਡਾਂ ਹੁੰਦੀਆਂ ਸੀ, ਹੋਰ ਨਹੀਂ ਕੁਛ। ਇੱਕ ਦੂਜੇ ਦੇ ਸਿਰ 'ਚ ਮਿੱਟੀ ਪਾਈ ਜਾਣੀ, ਇਹਦੂ ਵੱਧ ਤਾਂ ਨਹੀਂ ਕੁਛ ਕੀਤਾ। ਪਰ ਅੱਜ ਕੱਲ ਦੇ ਬੱਚੇ ਹੋਰ ਤਰ੍ਹਾਂ ਦੇ ਨੇ। ਆ ਮੈਂ ਇੱਕ ਖਬਰ ਪੜ੍ਹੀ ਜਿਹਨੇ ਮੈਨੂੰ ਹੈਰਾਨ ਕਰਤਾ ਵੀ ਜੰਮਦੇ ਨਿਆਣੇ ਨੂੰ ਆਹ ਕੁਛ ਜੇ ਮਿਲ ਰਿਹਾ ਤੇ ਜਿਵੇਂ ਜਿਵੇਂ ਵੱਡਾ ਹੋਊਗਾ ਤਿਵੇਂ ਤਿਵੇਂ ਉਹ ਕੀ ਕਰੂਗਾ। ਕੀ ਮਿਲ ਗਿਆ ਉਹਨੂੰ? ਸੂਰਤ ਦਾ ਇੱਕ ਵਪਾਰੀ ਹੈ, ਉਹਨੇ ਆਪਣੇ 2 ਮਹੀਨੇ ਦੇ ਬੱਚੇ ਦੇ ਲਈ 1 ਏਕੜ ਜ਼ਮੀਨ ਚੰਨ ਤੇ ਖਰੀਦ ਲਈ। ਦੇਖੋ ਪੈਸੇ ਦੀ ਗੱਲ ਆ ਇਹ। ਹੁਣ ਸਾਡੇ ਵਰਗੇ ਬੰਦੇ ਨੂੰ ਪਥਕਣ ਵਾਲੀ ਥਾਂ ਨਹੀਂ ਮਿਲਦੀ। ਪਥਗਾ ਬੰਦੇ ਨੂੰ ਗਲੀ 'ਚ ਪਥੜੀਆਂ ਪੈਂਦੀਆਂ, ਉਹਦੇ ਪਿੱਛੇ ਲੜੀ ਜਾਈਦਾ। ਸਾਡਾ ਕੀ ਰਾਜ ਇੱਥੇ ਸੀ, ਸਾਡਾ ਉੱਥੇ ਸੀ, ਅੱਜ ਸਾਡੀਆਂ ਪਾਤੀਆਂ ਥੋੜ ਗਈਆਂ। ਮਾਤੜ ਬੰਦੇ ਦੀਆਂ ਜਿਹੜੀਆਂ ਗੱਲਾਂ ਹੋਰ ਹੁੰਦੀਆਂ, ਮਸਲੇ ਹੋਰ ਹੁੰਦੇ ਆ। ਆ ਅਮੀਰ ਬੰਦੇ ਨੇ ਦੇਖੋ ਚੰਦ ਤੇ ਸੋਚਿਆ, ਤੇ ਸਾਡੇ ਵਰਗੇ ਤੇ ਇੱਕੋ ਗਾਣੇ ਨਾਲ ਹੀ ਸਾਰ ਲੈਂਦੇ ਆ। ਚੰਦ ਤੇ ਪਲਾਟ ਫੇਰੇ ਲੈਣ ਦੂ ਤਾਂ ਜੇਬ ਵਿੱਚ ਭਾਨ ਖੜਕੇ। ਗਾਣਾ ਵੀ ਉਸ ਹਿਸਾਬ ਦਾ ਹੀ ਬਣਿਆ ਵੀ ਪਤਾ ਨਹੀਂ। ਪਰ ਇਹ ਜਿਹੜਾ ਚੰਦ ਤੇ ਪਲਾਟ ਬਹੁਤਾ ਮਹਿੰਗਾ ਨਹੀਂ ਟਣਾ ਸਾਹਿਬ, 54000 ਰੁਪਏ ਦਾ ਏਕੜ ਲਿਆ। ਉਹ ਤਾਂ 10,000 ਚ ਵੀ ਮਾੜਾ, ਜਦੋਂ ਜਾ ਹੀ ਨਹੀਂ ਸਕਦੇ। ਇਹ ਵੀ ਗੱਲ ਸਹੀ ਹੈ ਹਨਾ। ਇਹ ਤਾਂ 5500 ਚ ਵੀ ਮਾੜਾ। ਪਰ ਨਿਆਣਾ ਵੱਡਾ ਹੋ ਕੇ ਕੀ ਕਹੇਗਾ ਵੀ ਆਪਣੀ ਤਾਂ ਜ਼ਮੀਨ ਫਿਰ ਚੰਨ ਤੇ ਹੁੰਦੀ ਹੈ। ਇਹਨੇ ਭਾਪੇ ਦੇ ਗਲ ਚ ਅੰਗੂਠਾ ਜਿਹੜਾ ਵੀ ਹੁਣ ਮੈਨੂੰ ਜਹਾਜ਼ ਲੈ ਕੇ ਦੇ, ਮੈਂ ਤਾਂ ਜਾਣਾ। ਜਹਾਜ਼ ਨਹੀਂ, ਰਾਕਟ ਹੋ ਗਿਆ ਚਲੋ। ਪਰ ਔਖਾ ਟਣਾ ਸਾਹਿਬ ਹੈ ਨਾ, ਬਾਲਾ ਹੀ ਔਖਾ। ਅਮੀਰ ਬੰਦਾ। ਆਪਣਾ ਬਚਪਨਾ ਚੰਗਾ ਸੀ, ਵੈਸੇ ਆਪਣਾ ਵਧੀਆ ਸੀ, ਆਪਣਾ ਭਾਵੇਂ ਥੋੜਾ ਮਾਰਿਆ ਸੀ ਪਰ ਉਹਦੀ ਅਮੀਰੀ ਸੀ। ਪਰ ਖੇਡਾਂ ਵੀ ਤਾਂ ਆਪਣੀਆਂ ਬਣਾਈਆਂ ਸੀ, ਅਸੀਂ ਦਿਮਾਗ ਤੋਂ ਕਿੰਨਾ ਕੰਮ ਲੈਂਦੇ ਸੀ। ਖੋ ਖੇਡੋ ਜੀ, ਫੜੋ ਫੜਾਈ ਖੇਡੋ, ਲੁਕਣ ਮੀਚੀ ਖੇਡੋ, ਉਹ ਗੱਲਾਂ ਹੀ ਹੋਰ ਸੀ। ਬਿਲਕੁਲ। ਪੋਸ਼ਣ ਪਾ ਖੇਡੋ। ਉਹ ਕੀ ਹੁੰਦਾ? ਉਹ ਜਿਹੜੇ ਐ ਹੱਥ ਫੜ ਕੇ ਨਹੀਂ ਖੇਡਦੇ ਹੁੰਦੇ, ਪੋਸ਼ਣ ਪਾ ਵੀ ਪੋਸ਼ਣ ਪਾ। ਪਤਾ ਨਹੀਂ ਭਾਈ, ਨਹੀਂ ਪਤਾ ਸਾਨੂੰ ਤਾਂ ਕੋਟਲਾ ਛਪਾਕੀ ਦਾ ਪਤਾ। ਨਹੀਂ ਕੋਟਲਾ ਛਪਾਕੀ ਅੱਡ ਹੁੰਦੀ, ਪੋਸ਼ਣ ਪਾ ਅੱਡ ਹੁੰਦਾ। ਅੱਛਾ, ਹਾਂ, ਤੁਹਾਨੂੰ ਪਤਾ ਹੀ ਨਹੀਂ। ਓਹੋ, ਪ੍ਰੋਗਰਾਮ ਕਰਕੇ ਮੈਂ ਤੁਹਾਨੂੰ ਖੇਡ ਕੇ ਦਿਖਾਉਂਗੀ। ਅੱਛਾ, ਹੋ ਸਕਦਾ ਭਾਈ ਤੁਹਾਡੇ ਵਾਲੇ ਪਾਸੇ ਪੋਸ਼ਣ ਪਾ ਨੂੰ ਹੋਰ ਕੁਝ ਗੱਲ ਹੋਵੇ, ਸਾਡੇ ਵਾਲੇ ਪਾਸੇ ਉਸੇ ਖੇਡ ਨੂੰ ਕੁਝ ਹੋਰ ਕਹਿੰਦੇ ਹੋਣ। ਹੁੰਦਾ ਨਹੀਂ ਸੀ ਵੀ 2 ਨਿਆਣੇ ਏਦਾਂ ਹੱਥ ਕਰਕੇ ਜੋੜ ਕੇ ਤੇ ਖੜ ਜਾਂਦੇ ਸੀ ਤੇ ਬਾਕੀ ਨਿਆਣੇ ਵਿੱਚੋਂ ਦੀ ਨਿਕਲਦੇ ਸੀ, ਹਨਾ। ਉਹ ਦੋਵਾਂ ਨੇ ਬੋਲੀ ਵਾਲਾ ਪੋਸ਼ਣ ਪਾ ਵੀ ਪੋਸ਼ਣ ਪਾ, ਡਾਕੀਏ ਨੇ ਕਿਆ ਕੀਆ, 100 ਰੁਪਏ की घड़ी चुराई, अब तो जेल में आना पड़ेगा, हना। ਜਦੋਂ ਉਹਨੇ ਐ ਕਹਿਣਾ ਤੇ ਨਿਆਣੇ ਨੇ ਹੱਥ ਬੰਦ ਕਰ ਲੈਣੇ। ਜਿਹੜਾ ਬੱਚਾ ਵਿੱਚ ਆ ਫਿਰ ਉਹਨੂੰ ਪੁੱਛਣਾ ਵੀ ਤੂੰ ਕਿਹਦੀ ਟੀਮ ਚ ਆਉਣਾ, ਹਨਾ। ਉਹਨੇ ਕਹਿ ਦੇਣਾ ਵੀ ਉਹਦੀ ਚ, ਹਨਾ। ਤੇ ਉਹ ਉਧਰ ਉਹਦੇ ਪਿੱਛੇ ਜਾ ਕੇ ਲੱਗ ਜਾਂਦਾ ਸੀ। ਬਾਅਦ ਵਿੱਚ ਇੱਕ ਦੂਜੇ ਨੂੰ ਖਿੱਚੀਦਾ ਹੁੰਦਾ ਸੀ। ਜਦੋਂ ਸਾਰੇ ਨਿਆਣੇ ਮੁੱਕ ਗਏ ਤੇ ਜਿਹੜੀ ਫਿਰ ਟੀਮ ਨੇ ਦੂਜੀ ਨੂੰ ਖਿੱਚ ਲਿਆ ਤਾਂ ਉਹ ਜਿੱਤ ਗਈ। ਤੇ ਉਸ ਤੋਂ ਬਾਅਦ ਕਲੇਸ਼ ਪਾ। ਹੋਰ ਪਹਿਲਾਂ ਭੋਜਨ ਪਾ, ਫਿਰ ਕਲੇਸ਼ ਪਾ। ਵਾਹ, ਪਤਾ ਹੀ ਨਹੀਂ ਸੀ ਮੈਨੂੰ। ਇਹਦਾ ਨਹੀਂ ਪਤਾ, ਮੈਨੂੰ ਤਾਂ ਪਤਾ ਵੀ ਗੋਲੀਆਂ ਬੰਟੇ ਖੇਡਦੇ ਹੁੰਦੇ ਸੀ। ਬੰਟੇ ਖੇਡ ਖੇਡ ਮੈਂ ਵੱਟ ਕੱਢ ਦਿੰਦਾ ਸੀ। ਨਿਸ਼ਾਨਾ ਮੇਰਾ ਇੰਨਾ ਪੱਕਾ ਹੁੰਦਾ ਸੀ, ਐ ਕਰਕੇ ਨਾ ਬਸ ਧੜਾ ਭਰਿਆ ਸੀ, ਬਸ ਤੌੜਾ ਭਰਿਆ ਸੀ ਗੋਲੀਆਂ ਦਾ, ਜਿਹਨੂੰ ਤੁਸੀਂ ਬੰਟੇ ਕਹਿੰਦੇ ਆ ਜੀ। ਕਮਾਲ ਹੈ। ਨਿਸ਼ਾਨਾ ਮੇਰਾ ਵਧੀਆ ਹੁੰਦਾ ਸੀ। ਬਸ ਮੌਕਾ ਹੀ ਨਹੀਂ ਮਿਲਿਆ, ਨਹੀਂ ਤਾਂ ਅਭਿਨਵ ਬਿੰਦਰਾ ਹੀ ਹੋਣਾ ਸੀ ਟੈਣਾ ਵੀ। ਬਿਲਕੁਲ ਸਹੀ। ਹੁਣ ਆਪਾਂ ਚੱਲ ਗਏ ਜੀ। ਨਹੀਂ, ਦਰਸ਼ਕਾਂ ਨੇ ਕਹਿਣਾ ਵੀ ਆ ਪ੍ਰਾਈਮ ਬਾਲਵਾੜੀ ਸ਼ੁਰੂ ਕਰ ਲਿਆ। ਨਹੀਂ ਆਪਾਂ ਚੱਲੀਏ ਟਾਣਾ ਸਾਹਿਬ, ਫੇਰ ਆਵਾਂਗੇ। ਅੱਜ ਦੇ ਲਈ ਇੰਨਾ ਹੀ ਜੀ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਅਸੀਂ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਚੱਜ ਦਾ ਵਿਚਾਰ।